ਵਾਹਿਗੁਰੂ ਵਾਹਿਗੁਰੂ। ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰੀ ਜਸ ਆਪ ਕੀਰਤਨ ਰਾਹੀਂ ਸਰਵਨ ਕਰ ਰਹੇ ਸੀ ਕਿ ਕੀਰਤਨ ਗੁਰੂ ਘਰ ਦੇ ਵਿੱਚ ਪ੍ਰਭੂ ਪ੍ਰਾਪਤੀ ਦਾ ਪ੍ਰਧਾਨ ਸਾਧਨ ਹੈ, ਮੁੱਖ ਸਾਧਨ ਹੈ। ਕੀਰਤਨ ਸੁਣਦਿਆਂ ਜੋ ਵਿਚਾਰ ਬਣੇ ਨੇ ਉਹ ਮੈਂ ਤੁਹਾਡੀ ਝੋਲੀ ਵਿੱਚ ਪਾਉਣ ਦੀ ਕੋਸ਼ਿਸ਼ ਕਰਾਂ। ਕੁਝ ਪਸ਼ੂ ਪੰਖੀਆਂ ਦੀ, ਬਨਸਪਤੀ ਦੀ ਪਹਿਚਾਣ ਉਹਨਾਂ ਦੇ ਲੱਛਣਾਂ ਕਰਕੇ ਹੁੰਦੀ ਹੈ, ਇਹਨੂੰ ਕਹਿੰਦੇ ਲੱਛਣਾਂ ਬਿਰਤੀ। ਕੁਝ ਲੱਛਣ ਕਿਸੇ ਬਨਸਪਤੀ ਵਿੱਚ ਦਿਖਾਈ ਦੇ ਜਾਣ, ਕਿਸੇ ਪਸ਼ੂ ਪੰਖੀ ਵਿੱਚ ਦਿਖਾਈ ਦੇ ਜਾਣ, ਕਿਸੇ ਮਨੁੱਖ ਵਿੱਚ ਦਿਖਾਈ ਦੇ ਜਾਣ, ਤਾਂ ਉਹਨਾਂ ਲੱਛਣਾਂ ਕਰਕੇ ਹੀ ਪਹਿਚਾਣ ਹੁੰਦੀ ਹੈ। ਕਿਸੇ ਕਲਾਕਾਰ ਦੀ, ਕਿਸੇ ਚੋਰ ਦੀ, ਕਿਸੇ ਬਦਮਾਸ਼ ਦੀ ਕੁਝ ਲੱਛਣ ਪ੍ਰਗਟ ਹੁੰਦੇ ਨੇ। ਉਹਨਾਂ ਲੱਛਣਾਂ ਤੋਂ ਹੀ ਅਸੀਂ ਮਨੁੱਖ ਦੀ ਜ਼ਿੰਦਗੀ ਦਾ ਅੰਦਾਜ਼ਾ ਲਾਉਂਦੇ। ਇਸੇ ਤਰੀਕੇ ਨਾਲ ਕੁਝ ਖੂਬੀਆਂ, ਕੁਝ ਔਗਣ ਪਸ਼ੂ ਪੰਖੀਆਂ ਵਿੱਚ ਨੇ ਤੇ ਉਹਨਾਂ ਕਰਕੇ ਸਾਨੂੰ ਉਹਨਾਂ ਦੀ ਹੋਂਦ ਦਾ, ਉਹਨਾਂ ਦੀ ਮਾਨਸਿਕ ਬਿਰਤੀ ਦਾ, ਉਹਨਾਂ ਦੀ ਅਵਸਥਾ ਦਾ ਪਤਾ ਚੱਲਦਾ ਹੈ। ਜਿਸ ਅਸਥਾਨ ਤੇ ਤੁਸੀਂ ਬੈਠੇ ਹੋਏ ਧਾਰਮਿਕ ਮੰਦਿਰ ਹੈ ਤੇ ਧਰਮ ਤੱਕ ਪਹੁੰਚਣ ਦਾ ਇੱਕ ਜ਼ਰੀਆ ਹੈ, ਇੱਕ ਸਾਧਨ ਹੈ, ਇੱਕ ਉਪਰਾਲਾ ਹੈ। ਹੁਣ ਕੋਈ ਬੰਦਾ ਧਰਮੀ ਹੋ ਗਿਆ ਤੇ ਉਹ ਧਰਮ ਤੱਕ ਪਹੁੰਚ ਗਿਆ, ਪਰਮਾਤਮਾ ਤੱਕ ਪਹੁੰਚ ਗਿਆ, ਉਸ ਦੀ ਕੀ ਪਹਿਚਾਣ, ਕਿਸ ਤਰ੍ਹਾਂ ਪਹਿਚਾਣ ਕਰੋਗੇ? तो सहज कहन कुछ लक्षणा करके पहचान होती है, और कुछ नहीं, और कोई तरीका नहीं। इत्थे तुसी इतने सारे बैठे हो, किस तरह पहचान करांगे कि ये बंदा गुरु तक पहुंच गया, ये बंदा रब तक पहुंच गया, ये मनुष्य ईश्वर तक पहुंच गया। धर्म की दुनिया में बहुत बड़ा धोखा चलता है। वो इस वास्ते कि बाहरों अगर मनुष्य ने कुछ प्राप्त कर लिया है तो सबूत दे सकता है मेरे कोल ये है, पर हुण किसी नूं रब मिल गया है ते कोई रब तक पहुंच गया है, इसका कोई सबूत नहीं है। सिर्फ एक श्रद्धा ते विश्वास करना पड़ेगा। इस वास्ते धर्म की दुनिया में बड़ा भारी धोखा चलता है। जो नहीं भी पहुंचे है वो भी पहुंचने का दावा करता है भाई मैं पहुंचे। गुरु अर्जन देव जी महाराज ने पहुंचे हुए मनुष्य के कुछ लक्षण लिखे हैं। लफ्ज में दोहरा देना, धर्मी दिस पैना एक श्रृंगार है और कुछ नहीं, ते धर्मी हो जाना एक साधना है, एक मेहनत है, एक तपस्या है, जप है, तप है। श्रृंगार करके धर्मी दिस पैना बड़ी सौखी गल है। थोड़ा जिहा हार श्रृंगार किया, क्योंकि धर्म के भी कुछ ऐसे कपड़े ने, कुछ ऐसा लिबास है जिन्हों पहनते हैं लोग संत, गुणी, ज्ञानी, महात्मा कहन लग पैंदे ने। तो थोड़ा जिहा श्रृंगार करके धर्मी दिस पैना होर गल है, साधना करके धर्मी हो जाना होर गल है। कोई साधना करके धर्मी हो गया है, जरूरी नहीं कि वह धर्मी दिसदा भी हो, कोई पता नहीं। कारण कि धर्मी दिस पैना एक बाहर की रूपरेखा है, धर्मी हो जाना एक मन की अवस्था है, एक अंदर की हालत है। साहिबां की बाणी कहती है कि लोगों ने रब की प्राप्ति एक खिडौना ही समझा होया। माथे तिलक, हथ माला पाना, लोगन राम खिलौना जाना। दो माला गलदे च पा लिया, दो माला हथ ते बन लिया, धर्मी दिसण दियां निशानियां, सबूत हो गया क्योंकि मेरे कोल माला है, गल दे च मैं पाई है, हाथ दे च नहीं। लोगन राम खिलौना जाना,
ਕਬੀਰ ਕਹਿੰਦੇ ਨੇ ਲੋਕਾਂ ਨੇ ਰੱਬ ਦੀ ਪ੍ਰਾਪਤੀ ਨੂੰ ਖਿਡਾਉਣਾ ਹੀ ਸਮਝ ਲਿਆ। ਧਰਮੀ ਦਿਸ ਪੈਣਾ ਇੱਕ ਸ਼ਿੰਗਾਰ ਹੈ, ਧਰਮੀ ਹੋ ਜਾਣਾ ਇੱਕ ਸਾਧਨਾ ਹੈ, ਮਿਹਨਤ ਹੈ, ਤਪੱਸਿਆ ਹੈ। ਔਰ ਇਤਨੀ ਮੈਂ ਅਰਜ਼ ਕਰਦੇ ਹਾਂ, ਇਸ ਤੋਂ ਵੱਡੀ ਹੋਰ ਕੋਈ ਮਿਹਨਤ ਨਹੀਂ ਜਿਤਨੀ ਨਾਮ ਜਪਣ ਦੀ ਮਿਹਨਤ ਹੈ। ਇਸ ਵਾਸਤੇ ਸਾਹਿਬਾਂ ਨੇ ਕਹਿ ਦਿੱਤਾ, ਦੁਨੀਆ ਵਿੱਚ ਕੋਈ ਕੰਮ ਇਤਨਾ ਔਖਾ ਨਹੀਂ ਜਿਤਨਾ ਔਖਾ ਕੰਮ ਹੈ ਨਾਮ ਜਪਣਾ। ਆਖਣ ਔਖਾ ਸਾਚਾ ਨਾਮ, ਇਹ ਔਖਾ ਹੈ, ਸਭ ਤੋਂ ਜ਼ਿਆਦਾ ਔਖਾ ਹੈ। ਬੰਦਾ 4 ਘੰਟਾ ਤਾਸ਼ ਖੇਡ ਸਕਦਾ ਹੈ, 1 ਮਿੰਟ ਨਾਮ ਨਹੀਂ ਜਪ ਸਕਦਾ। ਬੰਦਾ 8 ਘੰਟਾ ਗੱਪਾਂ ਮਾਰ ਸਕਦਾ ਹੈ, 2 ਮਿੰਟ ਨਾਮ ਨਹੀਂ ਜਪ ਸਕਦਾ। ਕਦੀ ਬਹੁਤ ਮੁਤਾਲਾ ਕਰਕੇ ਵੇਖ ਲੈਣਾ। ਤੁਸੀਂ ਆਖੋਗੇ ਵਾਹਿਗੁਰੂ ਵਾਹਿਗੁਰੂ ਆਖਣਾ ਕੋਈ ਔਖੀ ਗੱਲ ਹੈ? ਮਹਾਰਾਜ ਕਹਿ ਰਹੇ ਨੇ ਆਖਣ ਔਖਾ ਸਾਚਾ ਨਾਮ। ਦਰਅਸਲ ਇਸ ਤਰ੍ਹਾਂ ਵਾਹਿਗੁਰੂ ਬੱਚੇ ਵੀ ਕਹਿ ਛੱਡਦੇ ਨੇ, ਸਾਰੀ ਦੁਨੀਆ ਕਹਿ ਛੱਡਦੀ, ਕੋਈ ਔਖੀ ਗੱਲ ਨਹੀਂ। ਪਰ ਜਿਸ ਢੰਗ ਨਾਲ ਗੁਰਬਾਣੀ ਕਹਿ ਰਹੀ ਹੈ ਜਪਣ ਨੂੰ, ਉਸ ਢੰਗ ਨਾਲ ਵਾਕਈ ਔਖਾ ਹੈ, ਹਰ ਬੰਦਾ ਨਹੀਂ ਜਪ ਸਕਦਾ। ਜਿਸ ਢੰਗ ਨਾਲ ਮੇਰੇ ਪਾਤਸ਼ਾਹ ਕਹਿ ਰਹੇ ਨੇ ਉਹ ਹੈ ਢੰਗ ਇਹ, ਧੁਨ ਮੇਂ ਧਿਆਨ, ਧਿਆਨ ਮੇਂ ਜਾਣਿਆ, ਗੁਰਮੁਖ ਅਕਥ ਕਹਾਣੀ। ਧੁਨ ਵਿੱਚ ਧਿਆਨ ਜੋੜ, ਵਾਹਿਗੁਰੂ ਦਾ ਉਚਾਰਨ, ਉਸੇ ਵਿੱਚ ਧਿਆਨ ਜੋੜ। ਇਹ ਹੁਣ ਗੱਲ ਬੜੀ ਔਖੀ, ਕੌਣ ਜੋੜੇ? ਧੁਨ ਇੱਕ ਪਾਸੇ ਜਾਂਦੀ ਹੈ, ਧਿਆਨ ਇੱਕ ਪਾਸੇ ਜਾਂਦਾ ਹੈ। ਇਹ ਧੁਨ ਧਿਆਨ ਦੀ ਸਾਧਨਾ, ਤੇ ਧੁਨ ਦਾ ਮਤਲਬ ਹੈ ਸ਼ਬਦ, ਧਿਆਨ ਦਾ ਮਤਲਬ ਹੈ ਸੁਰਤ। ਸ਼ਬਦ ਸੁਰਤ ਦਾ ਮਾਰਗ ਹੈ ਇਹ ਗੁਰਮਤਿ। ਗੁਰਮਤਿ ਕੀ ਹੈ? ਸ਼ਬਦ ਸੁਰਤ ਦਾ ਮਾਰਗ। ਸ਼ਬਦ ਨੂੰ ਕਹਿੰਦੇ ਨੇ ਧੁਨ, ਆਵਾਜ਼। ਸ਼ਬਦ ਦੇ ਅਖਰੀ ਅਰਥ ਨੇ ਆਵਾਜ਼, ਸਵਰ, ਧੁਨੀ। ਤੇ ਧਿਆਨ ਦਾ ਮਤਲਬ ਹੈ ਸੁਰਤ। ਸੁਰਤ ਨੂੰ ਕਿਹਦੇ 'ਚ ਜੋੜਨਾ ਹੈ? ਸ਼ਬਦ ਦੇ 'ਚ। ਧੁਨ ਨੂੰ ਤੇ ਧਿਆਨ ਨੂੰ ਇੱਕ ਕਰਨਾ ਹੈ। ਧਿਆਨ ਨੂੰ ਕਿਹਦੇ 'ਚ ਜੋੜਨਾ ਹੈ? ਧੁਨ ਦੇ 'ਚ। ਔਰ ਧੁਨ ਇੱਕ ਅਲਾਪਣੀ ਹੈ, ਆਪ ਆਪਣੇ ਅੰਦਰੋਂ ਕੱਢਣੀ ਹੈ। ਵਾਹਿਗੁਰੂ ਵਾਹਿਗੁਰੂ ਦੀ ਇਹ ਧੁਨ, ਇਸ ਵਿੱਚ ਧਿਆਨ ਜੋੜਨਾ। ਇਹ 1 ਮਿੰਟ ਵੀ ਨਹੀਂ ਕਰ ਸਕੋਗੇ, ਕਰਕੇ ਵੇਖ ਲੈਣਾ। 1 ਮਿੰਟ, 1 ਮਿੰਟ ਬਹੁਤ ਜ਼ਿਆਦਾ ਹੈ, ਅੱਧਾ ਮਿੰਟ ਵੀ ਨਹੀਂ ਕਰ ਸਕੋਗੇ। ਅੱਧਾ ਮਿੰਟ ਵੀ ਬਹੁਤ ਜ਼ਿਆਦਾ ਹੈ। 1 ਸੈਕਿੰਡ ਕਰਨਾ ਵੀ ਔਖੀ ਗੱਲ ਹੈ। 1 ਸੈਕਿੰਡ। ਤੇ ਅਗਰ ਕੋਈ 1 ਸੈਕਿੰਡ ਵਾਸਤੇ ਵੀ ਸ਼ਬਦ ਤੇ ਸੁਰਤ ਨੂੰ ਜੋੜ ਸਕੇ, ਧੁਨ ਤੇ ਧਿਆਨ ਨੂੰ ਇੱਕ ਕਰ ਸਕੇ, ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈ, ਉਸਦੇ ਜਨਮਾਂ ਜਨਮਾਂਤਰਾਂ ਦੇ ਬੰਧਨ ਕੱਟੇ ਜਾਂਦੇ ਨੇ। ਏਕ ਚਿਤ ਜੈ ਇੱਕ ਛਿਨ ਧਿਆਇਓ, ਕਾਲ ਵਾਸ ਕੇ बीच ना। घंटा 2 घंटा से कीर्तन इस वास्ते सुनना है, कथा इस वास्ते सुननी है, नितनेम इस वास्ते करना है कि साडी जिंदगी विच वो एक छिन आवे जिथे शब्द ते सुरत एक हो जाए, जिथे धुन ते ध्यान एक हो जाए। जिसका धुन ते ध्यान एक हो गया, इस तरह के मनुख कोई थानू सैकड़ियां विच एक नहीं, गुरु ग्रंथ साहब जी महाराज के कथन अनुसार करोड़ों च एक कर मिलणगे। जन नानक को तन में किन्हू, नारायण जह जीत। करोड़ों च इस वक्त 4 अरब के करीब आबादी है जमीन के उत्ते मनुखों की, ते जे करोड़ों च ही 2-4 ने तो तुसी खुद अंदाजा लगाना जिन्हां दा धुन ते ध्यान एक हो गया, कुल कितने होंगे इस जमीन के उत्ते? बहुत थोड़े, बहुत थोड़े। 2 हत्थां दीआं उंगलियां ते गिण लो उन्हां बंदियां नूं जिन्हां दी सुरत ते शब्द एक हो गई। शब्द एक पासे जावे, सुरत एक पासे जावे ते सारे ही करदे ने, पर शब्द ते सुरत एक हो गई, धुन ते ध्यान एक हो गया। धुन में ध्यान, ध्यान में जानिया, गुरमुख अकथ कहानी। जिथे धुन ते ध्यान एक हो गए ने, साहब कहते हैं उस बंदे के अंदर कुछ लक्षण प्रगट होते हैं, लक्षण कुछ खासियत प्रगट होंदियां ने, ते उन्हां तो पता चलता है कि इत्थे शब्द ते सुरत एक हो गई है।
ਉਹ ਜਿਹੜੀਆਂ ਖਾਸੀਅਤਾਂ ਨੇ, ਉਹ ਜਿਹੜੇ ਲੱਛਣ ਨੇ, ਉਹ ਗੁਰੂ ਅਰਜਨ ਦੇਵ ਜੀ ਨੇ 6 ਲਿਖੇ ਨੇ। 6 ਸ਼ਬਦ ਨੂੰ ਆਧਾਰ ਬਣਾ ਕੇ ਇਹ ਵਿਚਾਰਾਂ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ। ਸੰਸਕ੍ਰਿਤ ਦਾ ਸ਼ਲੋਕ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਉਹਨਾਂ ਦਾ ਫਰਮਾਨ ਹੈ, ਖਟ ਲਖਨ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵਜਨ। ਖਟ ਕਹਿੰਦੇ ਨੇ 6 ਨੂੰ, ਸੰਸਕ੍ਰਿਤ ਦੇ ਵਿੱਚ 6 ਨੂੰ ਖਟ ਕਹਿੰਦੇ ਨੇ। ਖਟ 6 ਲੱਛਣ ਨੇ ਪੂਰਨ ਪੁਰਖ ਦੇ, ਮੁਕੰਮਲ ਇਨਸਾਨ ਦੇ, ਪੂਰਨ ਇਨਸਾਨ ਦੇ। ਪੂਰਨ ਇਨਸਾਨ ਉਹ ਹੀ ਹੈ ਜਿਹੜਾ ਪੂਰਨ ਦੇ ਨਾਲ ਜੁੜ ਗਿਆ। ਤੇ ਪੂਰਨ ਕੌਣ ਹੈ? ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਪੂਰਨ ਪਰਮੇਸ਼ਰ ਹੈ ਤੇ ਪੂਰਨ ਨਾਲ ਜੁੜ ਕੇ ਹੀ ਬੰਦਾ ਪੂਰਨ ਹੁੰਦਾ, ਵਰਨਾ ਅਧੂਰਾ ਹੀ ਰਹਿੰਦਾ ਹੈ, ਬਿਲਕੁਲ ਅਧੂਰਾ ਰਹਿੰਦਾ ਹੈ। 2 ਲਫ਼ਜ਼ ਮੈਂ ਫਿਰ ਦੁਹਰਾ ਰਿਹਾ ਕਿ ਬੰਦਾ ਆਇਆ ਪੂਰਨ ਹੋਣ ਵਾਸਤੇ, ਅਧੂਰਾਪਣ ਬੇਚੈਨ ਕਰਦਾ ਹੈ, ਅਧੂਰਾਪਣ ਦੁਖੀ ਕਰਦਾ ਹੈ, ਅਧੂਰਾਪਣ ਪਰੇਸ਼ਾਨ ਕਰਦਾ ਹੈ। ਜਿੰਨੇ ਚਿਰ ਤੱਕ ਬੰਦਾ ਪੂਰਨ ਨਾ ਹੋਵੇ, ਪੂਰਾ ਨਾ ਹੋਵੇ, ਆਨੰਦ ਨਹੀਂ ਬਣਦਾ। ਤੇ ਪੂਰਾ ਉਦੋਂ ਹੁੰਦਾ ਜਦ ਪੂਰਨ ਨਾਲ ਜੁੜੇ। ਇਹ ਗੱਲ ਵੱਖਰੀ ਹੈ ਕਿ ਜਦ ਬੰਦਾ ਮਰ ਜਾਏ ਤੇ ਲੋਕੀ ਕਹਿੰਦੇ ਨੇ ਪੂਰਾ ਹੋ ਗਿਆ, ਇਹ ਬਈ ਪੂਰਾ ਹੋ ਗਿਆ। ਨਹੀਂ, ਪੂਰਨ ਨਾਲ ਜੁੜੇ ਬਿਨਾ ਕੋਈ ਪੂਰਾ ਨਹੀਂ ਹੁੰਦਾ। ਉਸੇ ਦਿਨ ਬੰਦਾ ਮੁਕੰਮਲ ਹੁੰਦਾ ਹੈ, ਪੂਰਨ ਹੁੰਦਾ ਹੈ, ਜਿਸ ਦਿਨ ਪੂਰਨ ਨਾਲ ਜੁੜਦਾ ਹੈ। ਤੋ ਇਹ ਪੂਰਨ ਨਾਲ ਜੁੜ ਗਿਆ, ਪਹਿਚਾਣ ਕਿਸ ਤਰ੍ਹਾਂ ਹੋਵੇਗੀ? ਕਿਉਂਕਿ ਅਸੀਂ ਪਹਿਚਾਣ ਕਰ ਲੈਂਦੇ ਹਾਂ ਬਾਹਰ ਦੇ ਲੱਛਣਾਂ ਕਰਕੇ ਮਨੁੱਖ ਦੀ, ਭਗਤ ਦੀ ਪਹਿਚਾਣ ਕਿਸ ਤਰ੍ਹਾਂ ਕਰਾਂਗੇ? ਸਾਹਿਬ ਕਹਿੰਦੇ ਉਹਦੇ ਅੰਦਰ 6 ਲੱਛਣ ਹੋਣਗੇ। ਉਹਦੀ ਇੱਕ ਮਨ ਦੀ ਅਵਸਥਾ ਹੋਵੇਗੀ। ਖਟ ਲਖਨ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵਜਨੇ। 6 ਲੱਛਣ ਹੁੰਦੇ ਨੇ ਪੂਰਨ ਪੁਰਖ ਦੇ। ਉਹਨੂੰ ਸਾਧੂ ਕਹਿੰਦੇ ਨੇ, ਭਗਤ ਕਹਿੰਦੇ ਨੇ, ਸੰਤ ਕਹਿੰਦੇ ਨੇ, ਗੁਰਸਿੱਖ ਕਹਿੰਦੇ ਨੇ, ਗੁਰਮੁਖ ਕਹਿੰਦੇ ਨੇ। 6 ਲੱਛਣ। ਤੇ ਇਹ 6 ਲੱਛਣ ਗਿਣ ਕੇ ਮੈਂ ਤੁਹਾਡੇ ਸਾਹਮਣੇ ਰੱਖਾਂ ਤੇ ਥੋੜਾ ਜਿਹਾ ਫਿਰ ਆਪਣਾ ਨਿਰਣਾ ਕਰਨਾ ਹੈ ਕਿ ਇਹ 6 ਲੱਛਣ ਅੰਦਰ ਪ੍ਰਗਟ ਹੋਏ ਨੇ ਜਾਂ ਨਹੀਂ, ਜਾਂ 5 ਹੋਏ ਨੇ, ਚਲੋ 4 ਹੋਏ ਨੇ, ਜਾਂ 3 ਲੱਛਣ ਪ੍ਰਗਟ ਹੋਏ ਹੋਣ, 2 ਪ੍ਰਗਟ ਹੋਏ ਹੋਣ, 1 ਹੋਵੇ। ਤੇ ਜੇ 6 ਦੇ 1 ਵੀ ਨਹੀਂ ਤਾਂ ਗੁਸਤਾਖੀ ਮਾਫ। ਅਸੀਂ ਗੁਰਦੁਆਰੇ ਜ਼ਰੂਰ ਆਉਂਦੇ ਰਹੇ ਹਾਂ, ਗੁਰੂ ਦੇ ਨੇੜੇ ਨਹੀਂ ਜਾਂਦੇ। ਗੁਰਦੁਆਰੇ ਆਉਣਾ ਹੋਰ ਗੱਲ ਹੈ, ਗੁਰੂ ਤੱਕ ਆਪਣਾ, ਗੁਰੂ ਤੱਕ ਪਹੁੰਚਣਾ ਹੋਰ ਗੱਲ ਹੈ। ਤੋ 6 ਲੱਛਣ ਮੇਰੇ ਪਾਤਸ਼ਾਹ ਨੇ ਦੱਸੇ ਨੇ। ਪੜ੍ਹ ਕੇ ਸ਼ਲੋਕ ਮੈਂ ਤੁਹਾਡੇ ਸਾਹਮਣੇ ਰੱਖਾਂ, ਫਿਰ ਵਜ਼ਾਹਤ ਕਰਾਂਗਾ। ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਣੇ, ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੇ। ਦੂਸਰਾ। ਤੀਸਰਾ, ਦਿਆਲੰ ਸਰਬਤਰ ਜੀਆ ਪੰਚ ਦੋਖ ਵਿਵਰਜਤੇ। ਚੌਥਾ, ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇਆ ਜਲ ਕਮਲ ਰਹੇ। ਪੰਜਵਾਂ, ਉਪਦੇਸ਼ਨ ਸੰਮਿਤਰ ਸਤਰੇ ਭਗਵੰਤ ਭਗਤ ਭਾਵਨੇ। ਛੇਵਾਂ, ਪਰਨਿੰਦਾ ਮੈਂ ਸਰੋਤ ਸਰਵਣ ਆਪ ਤਿਆਗ ਸਗਲ ਰਹਿਣ ਕੇ ਖਟ ਲਖਨ ਪੂਰਨ ਪੁਰਖੇ ਨਾਨਕ ਨਾਮ ਸਾਧ ਸਵਜਨ। ਸਾਹਿਬ ਕਹਿੰਦੇ ਨੇ ਇਹ 6 ਲੱਛਣ ਹੁੰਦੇ ਨੇ ਪੂਰਨ ਪੁਰਖ ਵਿੱਚ, 6 ਲੱਛਣ ਹੁੰਦੇ ਨੇ ਭਗਤ ਵਿੱਚ। ਤੇ ਹੁਣ ਕਿਧਰੇ ਹੋਰ ਬਾਹਰਲੀਆਂ ਗੱਲਾਂ ਕਰਕੇ ਭਗਤ ਨੂੰ, ਸੰਤ ਨੂੰ, ਮਹਾਤਮਾ ਨੂੰ ਪਰਖਣ ਦੀ ਕੋਸ਼ਿਸ਼ ਨਾ ਕਰਨਾ, ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਆਪ ਲਿਖ ਦਿੱਤੇ ਨੇ, ਖਟ ਲਖਨ ਪੂਰਨ ਪੁਰਖੇ ਨਾਨਕ ਨਾਮ ਸਾਧ ਸਵਜਨੇ। ਕਿਸੇ ਕੱਪੜਿਆਂ ਤੋਂ ਸਾਧੂ ਦੀ ਨਹੀਂ ਪਹਿਚਾਣ ਆਉਂਦੀ, ਮਾਲਾ ਤੋਂ ਨਹੀਂ ਆਉਂਦੀ, ਹੋਰ ਲੰਬੇ ਚੌੜੇ ਵੇਸ਼ ਭੂਸ਼ਾ ਤੋਂ ਨਹੀਂ ਹੁੰਦੀ। ਮੈਂ ਫਿਰ ਅਰਜ਼ ਕਰਦੇ ਹਾਂ, ਧਰਮੀ ਦਿਸ ਪੈਣਾ ਇੱਕ ਸ਼ਿੰਗਾਰ ਹੈ, ਹੋਰ ਕੁਝ ਨਹੀਂ ਹੈ। ਧਰਮੀ ਹੋ ਜਾਣਾ ਇੱਕ ਸਾਧਨਾ, ਇੱਕ ਮਿਹਨਤ ਹੈ, ਇੱਕ ਤਪੱਸਿਆ ਹੈ। ਤੋ 6 ਲੱਛਣਾਂ ਵਿੱਚੋਂ ਪਹਿਲਾ ਲੱਛਣ ਮੇਰੇ ਪਾਤਸ਼ਾਹ ਕਹਿੰਦੇ ਨੇ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਣੇ। ਨਾਮ ਵਾਸਤਵਿਕ ਕੀ ਹੈ?
ਇਸ ਦੀ ਲੰਬੀ ਚੌੜੀ ਵਿਆਖਿਆ ਤੇ ਕਿਸੇ ਵਕਤ ਮੈਂ ਫਿਰ ਕਰਾਂਗਾ। ਪਰ ਵਸਤੂ ਦੀ ਪਹਿਚਾਣ ਮਾਤਰ ਵਾਸਤੇ ਨਾਮ ਸਾਨੂੰ ਰੱਖਣਾ ਪੈਂਦਾ ਹੈ। ਪਰਮਾਤਮਾ ਦੀਆਂ ਜਿਹੜੀਆਂ ਖੂਬੀਆਂ ਭਗਤਾਂ ਦੇ ਸਾਹਮਣੇ ਆਈਆਂ, ਭਗਤਾਂ ਨੇ ਪਰਮਾਤਮਾ ਨੂੰ ਨਾਮ ਦਿੱਤੇ ਨੇ। ਕ੍ਰਿਸ਼ਨ ਰਾਮ ਹੈ, ਮਧੂਸੂਦਨ ਹੈ, ਅਲਖ ਨਿਰੰਜਨ ਹੈ, ਕਰਤਾਰ ਹੈ, ਨਿਰੰਕਾਰ ਹੈ, ਵਾਹਿਗੁਰੂ ਹੈ। ਇਸ ਤਰ੍ਹਾਂ ਇਸਲਾਮੀ ਜਗਤ ਵਿੱਚ ਨਾਮ ਨੇ, ਖੁਦਾ ਹੈ, ਅੱਲਾ ਹੈ। ਜੈਸੀ ਜੈਸੀ ਖੂਬੀਆਂ ਵੇਖੀਆਂ ਨੇ, ਉਹਨਾਂ ਖੂਬੀਆਂ ਦੇ ਆਧਾਰ ਦੇ ਉੱਤੇ ਪ੍ਰਮਾਤਮਾ ਨੂੰ ਨਾਮ ਦਿੱਤਾ ਗਿਆ ਹੈ। ਉਂਝ ਪ੍ਰਮਾਤਮਾ ਦਾ ਕੋਈ ਨਾਮ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਫ਼ ਕਹਿੰਦੇ ਨੇ, ਅਨਾਮ ਹੈ, ਅਠਾਮ ਹੈ। ਜਾਪ ਸਾਹਿਬ ਆਪ ਪੜ੍ਹਦੇ ਹੋ ਨਾ, ਤੁਹਾਡੇ ਵਿੱਚੋਂ ਜੋ ਵੀ ਪੜ੍ਹਦਾ ਹੋਵੇਗਾ, ਇਹ ਪੰਕਤੀਆਂ ਆਉਂਦੀਆਂ ਨੇ ਜਾਪ ਸਾਹਿਬ ਵਿੱਚ। ਅਨਾਮ ਹੈ, ਅਠਾਮ ਹੈ, ਤੇਰਾ ਕੋਈ ਨਾਮ ਨਹੀਂ, ਤੂੰ ਅਨਾਮੀ, ਤੈਨੂੰ ਨਾਮ ਦਿੱਤਾ ਜਾਂਦਾ, ਉਂਝ ਤੇਰਾ ਕੋਈ ਨਾਮ ਨਹੀਂ। ਅਠਾਮ ਹੈ, ਤੇਰਾ ਕੋਈ ਥਾਂ ਨਹੀਂ। ਇਹ ਨਹੀਂ ਆਖਿਆ ਜਾ ਸਕਦਾ ਤੂੰ ਫਲਾਣੀ ਥਾਂ ਤੇ ਰਹਿਣਾ, ਐਸਾ ਕੋਈ ਥਾਂ ਨਹੀਂ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਉਸਤਤ ਵਿੱਚ ਵੀ ਫਰਮਾਨ ਕਰਦੇ ਨੇ, ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋ ਨਾ ਆਵੇ। ਵੀ ਤੇਰਾ ਨਾਮ ਕੀ ਹੈ? ਸਾਹਿਬ ਕਹਿੰਦੇ ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਦਾ, ਮੈਨੂੰ ਕੋਈ ਬੋਧ ਨਹੀਂ। ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋ ਨਾ ਆਵੇ। ਮੈਂ ਕੀ ਬਖਾਨ ਕਰਾਂ, ਮੈਨੂੰ ਪਤਾ ਹੀ ਨਹੀਂ ਤੇਰਾ ਨਾਮ ਕੀ ਹੈ। ਅਨਾਮੇ ਅਠਾਮੇ, ਇਹ ਜਾਪ ਸਾਹਿਬ ਦੇ ਦੁਬਾਰਾ ਆਉਂਦਾ ਹੈ। ਅਨਾਮੇ ਅਠਾਮੇ, ਤੇਰਾ ਕੋਈ ਨਾਮ ਨਹੀਂ। ਪਰ ਪਹਿਚਾਣ ਮਾਤਰ ਵਾਸਤੇ ਨਾਮ ਦੇਣਾ ਸੀ। ਜੈਸੀ ਜੈਸੀ ਖਾਸੀਅਤ, ਜੈਸੀ ਜੈਸੀਆਂ ਖੂਬੀਆਂ ਪਰਿਪੂਰਨ ਪਰਮਾਤਮਾ ਦੀਆਂ ਵੇਖੀਆਂ ਗਈਆਂ, ਵੈਸੇ ਵੈਸੇ ਨਾਮ ਦੇ ਦਿੱਤੇ ਗਏ। ਤੋ ਜਦ ਮਹਿਸੂਸ ਹੋਇਆ ਭਗਤਾਂ ਨੂੰ ਉਹ ਰਮਿਆ ਹੋਇਆ ਹੈ, ਤਾਂ ਉਹਨਾਂ ਦੀ ਰਸਨਾ ਤੋਂ ਨਿਕਲਿਆ ਰਾਮ। ਰਾਮ ਦੇ ਅਖਰੀ ਅਰਥ ਨੇ ਰਮਿਆ ਹੋਇਆ। ਸਹਿਨਸਰਨਾਮਾ ਇੱਕ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ। ਸਹਿਨਸਰਨਾਮਾ, ਸਹਿਨਸ ਕਹਿੰਦੇ ਨੇ ਹਜ਼ਾਰ ਨੂੰ, ਤੇਰੇ ਹਜ਼ਾਰਾਂ ਨਾਮ, ਸਹਿਨਸਰਨਾਮਾ। ਇਹ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ, ਤੇ ਉਸ ਬਾਣੀ ਵਿੱਚ ਮੇਰੇ ਪਾਤਸ਼ਾਹ ਰਾਮ ਦੇ ਅਰਥ ਕਰਦੇ ਨੇ। ਸ਼੍ਰੀ ਰਾਮ ਚੰਦ ਜੈ ਰੂਪ ਨ ਰੇਖਿਆ, ਬਨਵਾਲੀ ਚੱਕਰ ਪਾਣ ਦਰਸ ਅਨੂਪਿਆ। ਜਿਹਦਾ ਕੋਈ ਰੰਗ ਨਹੀਂ, ਜਿਹਦਾ ਕੋਈ ਰੂਪ ਨਹੀਂ, ਉਹਨੂੰ ਕਹਿੰਦੇ ਨੇ ਸ਼੍ਰੀ ਰਾਮ। ਸ਼੍ਰੀ ਰਾਮ ਚੰਦ ਜੈ ਰੂਪ ਨ ਰੇਖਿਆ, ਬਨਵਾਲੀ ਚੱਕਰ ਪਾਣ ਦਰਸ ਅਨੂਪਿਆ। ਕਹਿੰਦੇ ਨੇ ਪ੍ਰਹਿਲਾਦ ਰਾਮ ਰਾਮ ਜਪਦਾ ਸੀ, ਤੇ ਪ੍ਰਹਿਲਾਦ ਦਸ਼ਰਥ ਨੰਦਨ ਸ਼੍ਰੀ ਰਾਮ ਜੋ ਰਾਜਾ ਰਾਮ ਅਯੁੱਧਿਆ ਦੇ ਹੋਏ, ਉਹਨਾਂ ਤੋਂ ਸੈਂਕੜੇ ਸਾਲ ਪਹਿਲੇ ਹੋਇਆ। ਕੌਣ? ਪ੍ਰਹਿਲਾਦ। ਰਾਮ ਜਪਦਾ ਸੀ, ਉਹਦੀ ਰਸਨਾ ਤੇ ਰਾਮ ਹੁੰਦਾ ਸੀ। ਰਾਮ ਦੇ ਅਰਥ ਕਰਦੇ ਨੇ ਗੁਰੂ ਅਰਜਨ ਦੇਵ ਜੀ। ਸ਼੍ਰੀ ਰਾਮ ਚੰਦ ਜੈ ਰੂਪ ਨ ਰੇਖਿਆ, ਜਿਹਦਾ ਕੋਈ ਰੰਗ ਨਹੀਂ, ਜਿਹਦਾ ਕੋਈ ਰੂਪ ਨਹੀਂ, ਜਿਹੜਾ ਰਮਿਆ ਹੋਇਆ ਹੈ, ਉਹਨੂੰ ਕਹਿੰਦੇ ਨੇ ਸ਼੍ਰੀ ਰਾਮ। ਇਹ ਇੱਕ ਸਫਾਤੀ ਨਾਮ ਹੈ, ਤਹੱਲੁਸ ਹੈ ਪਰਿਪੂਰਨ ਪ੍ਰਮਾਤਮਾ ਦਾ। ਤੋ ਸਹਿਨਸਰਨਾਮੇ ਵਿੱਚ ਬਹੁਤ ਸਾਰੇ ਨਾਮ ਨੇ, ਤੇ ਹਰ ਨਾਮ ਦੀ ਵਿਆਖਿਆ ਗੁਰੂ ਅਰਜਨ ਦੇਵ ਜੀ ਆਪ ਕਰਦੇ ਨੇ। ਔਰ ਸਾਹਿਬਾਂ ਨੇ ਆਪਣੀ ਇੱਕ ਅਗੰਮੀ ਪੰਕਤੀ ਦੇ ਸਾਫ਼ ਕਹਿ ਦਿੱਤਾ ਹੈ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਅਸੀਂ ਸਦਕੇ ਜਾਂਦੇ ਹਾਂ ਜਿਤਨੇ ਤੇਰੇ ਨਾਮ ਨੇ, ਤੇ ਜਿਸ ਜਿਸ ਨਾਮ ਦੇ ਨਾਲ ਜਿਸਨੇ ਤੈਨੂੰ ਯਾਦ ਕੀਤਾ ਹੈ, ਅਸੀਂ ਹਰ ਨਾਮ ਤੋਂ ਸਦਕੇ ਜਾਂਦੇ ਹਾਂ, ਅਸੀਂ ਹਰ ਨਾਮ ਤੋਂ ਕੁਰਬਾਨ ਜਾਂਦੇ ਹਾਂ। ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਜਿਤਨੇ ਵੀ ਤੇਰੇ ਨਾਮ ਨੇ, ਅਸੀਂ ਕੁਰਬਾਨ ਜਾਂਦੇ ਹਾਂ। ਕਿਤਨੇ ਨਾਮ ਨੇ? ਸਾਹਿਬ ਕਹਿੰਦੇ ਨੇ, ਕੋਈ ਕੁਛ ਜਪਦਾ ਪਿਆ, ਕੋਈ ਕੁਛ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਪੰਕਤੀਆਂ, ਕੋਈ ਬੋਲੇ ਰਾਮ ਰਾਮ ਕੋਈ ਖੁਦਾ ਹੈ, ਕੋਈ ਸੇਵੇ ਗੁਸਾਈਆਂ ਕੋਈ ਅਲਾ। ਕੋਈ ਗੁਸਾਈ ਕਹਿੰਦਾ ਹੈ, ਕੋਈ ਅੱਲਾ ਕਹਿੰਦਾ ਹੈ, ਕੋਈ ਰਾਮ ਕਹਿੰਦਾ ਹੈ, ਕੋਈ ਖੁਦਾ ਕਹਿੰਦਾ ਹੈ। ਸਾਹਿਬ ਕਹਿੰਦੇ ਨੇ, ਬਲਹਾਰੇ ਜਾਉ ਜੇਤੇ ਤੇਰੇ ਨਾਮ। ਅਸੀਂ ਸਦਕੇ ਜਾਂਦੇ ਹਾਂ ਜਿਤਨੇ ਤੇਰੇ ਨਾਮ ਨੇ, ਤੇ ਜਿਸ ਜਿਸ ਨਾਮ ਦੇ ਵਿੱਚ ਹੀ ਜਿਸਨੇ ਰਟਨ ਕੀਤਾ ਹੈ, ਦਿਲੋਂ ਗੱਲ ਬਣ ਗਈ ਹੈ।
क्योंकि उन्हें तो उसका कोई नाम है नहीं। पहचान मात्र वास्ते ही उसदियां कुछ खूबियां नूं सामने रख के जिहड़ा भी नाम रखिया गया उहदे नाल वो प्रगट होया। इस वास्ते साहिब फरमान करते हैं, बलहारे जाओ जेते तेरे नाम है। वास्तविक ऐसे नामां नूं कहंदे ने सफाती नाम, तखल्लुस, कोई खूबियां देखियां भगतां ने ते नाम रख छड्डे। गुरु नानक ने एक खूबी देखी कि परमात्मा दे विच इह सिफत है, जिहड़ा उसदे नेड़े आउंदा है उस बंदे दा अंधेरा मिट जांदा है, अंधकार। अंधकार विच बंदा भटकदा, जद कुछ दिखाई ना देवे ते ठोकरां खावेगा। जिहड़ा रब दे नेड़े आवे, रब एक प्रकाश है, एक नूर है, एक चानण है, ਉਹਦਾ अंधेरा मिट जाता है। और ज्यों उस प्रकाश ਨੂੰ ਵੇਖਦਾ है तो बंदा बिस्माद हो जाता है, आश्चर्य हो जाता है। इस वास्ते साहिबा ने नाम रखा वाहेगुरु। हे ईश्वर तू आश्चर्य है, बिस्माद है। ये सारा निजाम पंज प्यारिਆਂ ਦੇ हवाले किया गुरु गोबिंद सिंह जी महाराज ने। तो खैर मुख्तसर रूप विच मैं अर्ज करा, जिहड़े 6 लक्षण ने उन्हां 6 लक्षणां दे चों पहला लक्षण है गुरु अर्जन देव जी महाराज दसदे ने, मंत्रं राम राम नामं ध्यानं सर्वत्र पूरणे। ਉਹਦੀ रसना ਦੇ ਉੱਤੇ ਜਿਹੜਾ ਰਮਿਆ ਹੋਇਆ परमात्मा है ਉਹਦਾ नाम ਹੋਵੇਗਾ। ਇਹ ਪਹਿਲਾ लक्षण है। रसना ਦੇ ਉੱਤੇ ਇਹ ਨਾ समझ पई वाहिगुरु वाहिगुरु कोई कह दिंदा, राम राम कोई कह दिंदा, नहीं। ਉਹ ਜਿਉਂ ਆਖੇਗਾ ਰਾਮ, ਉਹ ਜਿਉਂ ਆਖੇਗਾ ਵਾਹਿਗੁਰੂ, ਆਖਦਿਆਂ ਉਸ ਨੂੰ ਰਸ ਆਵੇਗਾ, ਉਂਝ ਨਹੀਂ ਕਹੇਗਾ। ਉਹ ਕਹਿੰਦਿਆਂ ਹੀ ਰਸ ਦੇ ਚ ਡੁੱਬੇਗਾ, ਉਹਨੂੰ ਆਖਦਿਆਂ ਹੀ ਸਵਾਦ ਆਵੇਗਾ। ਬਸ ਇਹ ਉਸ ਦਾ ਪਹਿਲਾ ਲਕਸ਼ਣ ਹੈ। ਅੰਜ ਸਾਡੀ ਤਰ੍ਹਾਂ ਵਾਹਿਗੁਰੂ ਨਹੀਂ ਕਹਿ ਦੇਗਾ, ਵਾਹਿਗੁਰੂ ਕਹਿ ਦਿੱਤਾ ਗੱਲ ਕੁਝ ਬਣੀ ਨਹੀਂ, ਰਾਮ ਕਹਿ ਦਿੱਤਾ ਗੱਲ ਕੁਝ ਬਣੀ ਨਹੀਂ। ਨਹੀਂ, ਉਹ ਜਦ ਵਾਹਿਗੁਰੂ ਆਖੇਗਾ ਆਖਦਿਆਂ ਹੀ ਰਸ ਬਣੇਗਾ। जिवें भोजन की बुरकी मूँह च पाईए तो स्वाद आता है, जबान चो ज्यों रब का नाम उच्चारण करेगा उच्चारण करदियां ही स्वाद आएगा, उच्चारण करदियां ही रस नाल भर जाएगा। ये पहला लक्षण है उसका। मंत्रं राम राम नामं ध्यानं सर्वत्र पूरणे। जिस वक्त तो नाम का उच्चारण करेगा, साहिब कहते पूर्ण रूप में ध्यान उहदे विच होवेगा। शब्द ते सुरत एक होवेगी, धुन ते ध्यान एक होवेगा। ਹੁਣ ਇਹ ਤੇ ਹੈ ਪਹਿਲਾ ਲਕਸ਼ਣ। ਦੂਜਾ ਕਿਹੜਾ? ਸਾਹਿਬ ਕਹਿੰਦੇ ਨੇ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੇ। ਇਸ ਚੱਕਰ 'ਚ ਨਾ ਪੈਣਾ ਕਿ ਭਗਤਾਂ ਦੇ ਕੋਲ ਦੁੱਖ ਨਹੀਂ ਆਉਂਦੇ। ਪਤਾ ਨਹੀਂ ਮੇਰੀ ਵਿਚਾਰ ਨਾਲ ਤੁਸੀਂ ਸਹਿਮਤ ਹੋਵੋਗੇ ਕਿ ਨਹੀਂ, ਆਮ ਸੰਸਾਰੀਆਂ ਨਾਲੋਂ ਭਗਤਾਂ ਕੋਲ ਦੁੱਖ ਜ਼ਿਆਦਾ ਹੁੰਦੇ ਨੇ, ਬਹੁਤ ਜ਼ਿਆਦਾ ਹੁੰਦੇ ਨੇ। ਵੀ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ, ਇਸ ਚੱਕਰ ਦੇ 'ਚ ਵੀ ਕਦੀ ਨਾ ਪੈਣਾ। ਦੁੱਖ ਰਹਿੰਦੇ ਨੇ, बड़े बड़े दुख रहिंदे ने। साहिब इत्थे कह रहे हैं दूजा लक्षण उसका यह होंदा है कि उहदे वास्ते दुख ते सुख इक्को कुछ, दुख सुख एक समान। जो नर दुख में दुख नहीं माने, सुख सने और भय नहीं जाके कंचन माठी माने। वो सुख दुख तो उच्चा होंदा है। उसनूं एक गल दी समझ पै जाती है कि कोई भी सुख कल्ला सुख नहीं है, हर सुख दुख नाल जुड़िया होया है, हर जन्म मौत नाल जुड़ी हुई है, हर हासा रोने दे नाल जुड़िया होया है, हर तंदुरुस्ती बीमारी दे नाल जुड़ी हुई है, हर इज्जत बेइज्जती दे नाल जुड़ी हुई है, हर नफा नुकसान दे नाल जुड़िया होया है। इस तरह जैसे हर दिन रात दे नाल जुड़े हुए। कल्ला कुछ भी नहीं, कल्ला सुख नहीं होता, सुख दुख दे नाल जुड़े हुए है। कल्ली जिंदगी नहीं होंदी, जिंदगी मौत दे नाल जुड़ी हुई है। कल्ले हासे नहीं होंदे, हासे रोणियां दे नाल जुड़े हुए ने। कल्ली तंदुरुस्ती नहीं होंदी, तंदुरुस्ती बीमारियां दे नाल जुड़ी हुई है। कभी गौर मुताला करके देखना। एक उर्दू का शायर कहता है, फूल खिलता है मुरझाने का तखय्युल लेकर, जिसे हंसता हुआ पाओगे वो परेशान होगा। कहता जिहड़ा खिड़खिड़ा के हंसदा पिया है, उहदे हासे दे थल्ले ही रोना छुपिया पिया है। पंजाब दे विच अजे भी ਜਿਹੜੀਆਂ ਬਜ਼ੁਰਗ ਮਾਤਾਵਾਂ ਨੇ, ਕਿਧਰੇ ਬੱਚਾ ਬਹੁਤਾ ਹੱਸੇ ਨਾ ਤੇ ਰੋਕਦੀਆਂ ਨੇ, ਬਹੁਤ ਨਾ ਹੱਸ, ਨਹੀਂ ਤੇ ਰੋਣ ਲੱਗ ਪੈਂਦਾ। ਕਿਉਂਕਿ ਹਾਸੇ ਤੋਂ ਬਾਅਦ ਰੋਣਾ ਹੀ ਹੋਰ ਕੀ ਹੈ। ਹਰ ਹਾਸਾ ਰੋਣੇ ਦੇ ਨਾਲ ਜੁੜਿਆ ਹੋਇਆ ਹੈ, ਹਰ ਜਨਮ ਮੌਤ ਨਾਲ ਜੁੜੀ ਹੋਈ ਹੈ, ਹਰ ਇੱਜ਼ਤ ਬੇਇੱਜ਼ਤੀ ਦੇ ਨਾਲ ਜੁੜੀ ਹੋਈ ਹੈ।
ਜਿਵੇਂ ਛੱਤ ਪਾਣੀ ਹੋਵੇ ਮਕਾਨ ਦੀ ਤੇ ਦੋ ਦੀਵਾਰਾਂ ਬਰਾਬਰ ਕਰਨੀਆਂ ਪੈਂਦੀਆਂ ਨੇ। ਜ਼ਿੰਦਗੀ ਦਾ ਮਹਿਲ ਸੁੱਖ ਦੁੱਖ ਦੇ ਉੱਤੇ ਖੜਾ ਹੈ, ਖੁਸ਼ੀ ਤੇ ਗਮ ਦੇ ਉੱਤੇ ਖੜਾ ਹੈ, ਹਾਸੇ ਤੇ ਰੋਣੇ ਦੇ ਉੱਤੇ ਖੜਾ ਹੈ, ਜਨਮ ਤੇ ਮੌਤ ਦੇ ਉੱਤੇ ਖੜਾ ਹੈ। ਔਰ ਐਸਾ ਨਹੀਂ ਜਿਸ ਦਿਨ ਸਾਡਾ ਜਨਮ ਹੋਇਆ ਨਾ ਉਸੇ ਦਿਨ ਤੋਂ ਮੌਤ ਹੈ। ਐਸਾ ਨਹੀਂ ਕਿ ਮੌਤ ਇੱਕ ਦਿਨ ਆਉਂਦੀ ਹੈ। ਗੁਰੂ ਗ੍ਰੰਥ ਸਾਹਿਬ ਐਸਾ ਨਹੀਂ ਮੰਨਦੇ, ਮੌਤ ਰੋਜ਼ ਆਉਂਦੀ ਹੈ। ਛਿਨ ਛਿਨ ਔਦ ਬਿਹਾਤ ਹੈ, ਟੂਟੇ ਘਟ ਜੋ ਪਾਣੀ। ਅਸੀਂ ਰੋਜ਼ ਜੀਵਦੇ ਪਏ ਹਾਂ, ਰੋਜ਼ ਮਰਦੇ ਪਏ ਹਾਂ। ਜਿਤਨੀ ਮਿੱਥੀ ਹੋਈ ਉਮਰ ਲੈ ਕੇ ਆਏ ਹਾਂ, ਰੋਜ਼ ਘਟਦੀ ਪਈ ਹੈ। ਤੇ ਜਦ ਰੋਜ਼ ਘਟਦੀ ਪਈ ਹੈ, ਰੋਜ਼ ਮਰਦੇ ਪਏ ਹਾਂ। ਰੋਜ਼ ਜੀਵਦੇ ਵੀ ਪਏ ਹਾਂ, ਰੋਜ਼ ਮਰਦੇ ਵੀ ਪਏ ਹਾਂ। ਤੇ ਜੇ ਹੁਣ ਮੋਟੇ ਰੂਪ ਵਿੱਚ ਕਹਿਣਾ ਹੋਵੇ ਤਾਂ ਬੰਦਾ 2 ਦਫਾ ਉਂਝ ਵੀ ਮਰਦਾ ਹੈ। ਕਿਸੇ ਜਵਾਨ ਬੰਦੇ ਤੋਂ ਪੁੱਛੋ ਬਈ ਤੁਹਾਡਾ ਬਚਪਨਾ ਕਿੱਥੇ ਗਿਆ, ਕਹਿੰਦਾ ਮਰ ਗਿਆ। ਹੁਣ ਕਿੱਥੇ ਬਚਪਨਾ? ਤੇ ਕਿਸੇ ਬੁੱਢੇ ਕੋਲ ਪੁੱਛਣਾ ਜਵਾਨੀ ਕਿੱਥੇ ਗਈ, ਕਹਿੰਦਾ ਮਰ ਗਈ, ਖਤਮ ਹੋ ਗਈ। ਹੁਣ ਕਿੱਥੇ ਜਵਾਨੀ? ਬਚਪਨਾ ਮਰ ਗਿਆ, ਜਵਾਨੀ ਮਰ ਗਈ, ਬੁਢੇਪਾ ਵੀ ਮਰੇਗਾ, ਇਹਨੇ ਰਹਿਣਾ ਹੈ। 2 ਦਫਾ ਤੇ ਮਰ ਗਿਆ ਪਹਿਲੇ, ਬਚਪਨਾ ਮਰ ਗਿਆ, ਜਵਾਨੀ ਮਰ ਗਈ। ਮੋਟੇ ਰੂਪ ਵਿੱਚ ਇੰਝ ਦਿਖਾਈ ਦਿੰਦਾ। ਤੇ ਸਾਹਿਬਾਂ ਦੀ ਬਾਣੀ ਕਹਿੰਦੀ ਨਹੀਂ, ਬੰਦਾ ਰੋਜ਼ ਜੀਵਦਾ, ਰੋਜ਼ ਮਰਦਾ। ਇਹ ਗੱਲ ਵੱਖਰੀ ਹੈ ਕਿ ਬੰਦੇ ਨੂੰ ਜੀਵਣਾ ਦਿਖਾਈ ਦਿੰਦਾ, ਮਰਨਾ ਦਿਖਾਈ ਨਹੀਂ ਦਿੰਦਾ, ਵਰਨਾ ਰੋਜ਼ ਮਰਦਾ। ਛਿਨ ਛਿਨ ਔਦ ਭਿਆਤ ਹੈ, ਫੂਟੇ ਘਟ ਜਿਉ ਪਾਣੀ। ਜਿਸ ਤਰ੍ਹਾਂ ਜੀਵਣਾ ਦਿਖਾਈ ਦਿੰਦਾ ਹੈ, ਮਰਨਾ ਨਹੀਂ ਦਿਖਾਈ ਦਿੰਦਾ, ਇਸੇ ਤਰੀਕੇ ਨਾਲ ਖੁਸ਼ੀ ਦਿਖਾਈ ਦਿੰਦੀ ਹੈ, ਗਮ ਨਹੀਂ ਦਿਖਾਈ ਦਿੰਦਾ। ਇੱਜ਼ਤ ਦਿਖਾਈ ਦਿੰਦੀ ਹੈ, ਬੇਇੱਜ਼ਤੀ ਨਹੀਂ ਦਿਖਾਈ ਦਿੰਦੀ। ਨਫੇ ਦਿਖਾਈ ਦਿੰਦੇ, ਨੁਕਸਾਨ ਨਹੀਂ ਦਿਖਾਈ ਦਿੰਦਾ। ਸੁੱਖ ਦਿਖਾਈ ਦਿੰਦਾ, ਦੁੱਖ ਨਹੀਂ ਦਿਖਾਈ ਦਿੰਦਾ, ਵਰਨਾ ਜੁੜੇ ਹੋਏ ਨੇ, ਇਕੱਠੇ ਨੇ। ਜਿਹਨੂੰ ਇਹ ਦੇਖਣ ਦੀ ਜਾਂਚ ਆ ਜਾਏ, ਸਾਹਿਬ ਕਹਿੰਦੇ ਨੇ ਉਸ ਬੰਦੇ ਦੇ ਅੰਦਰ ਦੂਸਰਾ ਲਕਸ਼ਣ ਪ੍ਰਗਟ ਹੋ ਗਿਆ। ਤੇ ਮਹਾਰਾਜ ਕਹਿੰਦੇ ਪੂਰਨ ਪੁਰਖ ਜਿਹੜਾ ਸਾਧੂ ਹੈ, ਗੁਰਸਿੱਖ ਗੁਰਮੁਖ ਹੈ, ਉਹਨੂੰ ਇਸ ਗੱਲ ਦਾ ਪਤਾ ਹੈ ਗਿਆਨੰ ਸਮ ਦੁੱਖ ਸੁਖੰ। ਦੁੱਖ ਸੁੱਖ ਉਸਦੇ ਵਾਸਤੇ ਇੱਕ ਸਮਾਨ ਹੈ। ਜੈਸਾ ਸੁਖ ਵੈਸਾ ਦੁੱਖ। ਉਹਨੂੰ ਇਹ ਵੀ ਪਤਾ ਹੈ ਕਿ ਜਿਤਨਾ ਸੁਖ ਵਧੇਗਾ ਉਤਨਾ ਹੀ ਦੁੱਖ ਵਧੇਗਾ। ਇੱਕ ਹੋਰ ਵੀ ਕਦੀ ਅੰਦਾਜ਼ਾ ਲਾ ਲੈਣਾ, ਜਿਤਨੀ ਇੱਜ਼ਤ ਵਧਦੀ ਹੈ ਬੇਇੱਜ਼ਤੀ ਉਤਨੀ ਜ਼ਿਆਦਾ ਹੁੰਦੀ ਹੈ। ਜਿਤਨਾ ਜ਼ਿਆਦਾ ਸੁਖ ਵਧਦਾ ਹੈ ਦੁੱਖ ਉਤਨਾ ਹੀ ਜ਼ਿਆਦਾ ਹੁੰਦਾ ਹੈ। ਜਿਤਨਾ ਘੱਟ ਸੁਖ ਹੈ ਉਤਨਾ ਦੁੱਖ ਵੀ ਘੱਟ ਹੈ। ਇਹ ਦੋਵੇਂ ਦੀਵਾਰਾਂ ਬਰਾਬਰ ਉਸਰਦੀਆਂ ਨੇ ਔਰ ਕਦੀ ਕੱਲਾ ਸੁਖ ਨਹੀਂ ਹੁੰਦਾ। ਸੁਖ ਜਿਤਨਾ ਵਧੇਗਾ ਦੁੱਖ ਉਤਨਾ ਹੀ ਵਧੇਗਾ। ਕਦੀ ਬਹੁਤ ਇਸ ਢੰਗ ਨਾਲ ਮੁਤਾਲਾ ਕਰੋਗੇ ਤੇ ਗੱਲ ਸਾਹਮਣੇ ਸਪਸ਼ਟ ਹੋਵੇਗੀ, ਗੱਲ ਸਾਹਮਣੇ ਖੁੱਲੇਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫੈਸਲਾ ਹੈ ਵੀ ਉਹ ਬੰਦਾ ਤੇ ਝੱਖ ਮਾਰਦਾ ਹੈ ਜਿਹੜਾ ਰੱਬ ਕੋਲ ਸਿਰਫ ਸੁੱਖ ਮੰਗਦਾ ਹੈ। ਸਿਰਫ ਸੁੱਖ। ਪੰਕਤੀ ਮੈਂ ਪਾਤਸ਼ਾਹ ਦੀ ਤੁਹਾਡੇ ਸਾਹਮਣੇ ਰੱਖਾਂ। ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੇ ਸੁੱਖ। ਜਿਹੜਾ ਦੁੱਖ ਨੂੰ ਇੱਕ ਪਾਸੇ ਰੱਖ ਕੇ ਤੇ ਸੁੱਖ ਮੰਗੇ, ਸਾਹਿਬ ਕਹਿੰਦੇ ਝੱਖ ਪਿਆ ਮਾਰਦਾ, ਇਹਨੂੰ ਪਤਾ ਹੀ ਨਹੀਂ ਸੁੱਖ ਦੇ ਨਾਲ ਤੇ ਦੁੱਖ ਹੈ। ਤੂੰ ਸੁੱਖ ਮੰਗਦਾ ਪਿਆ, ਦੁੱਖ ਵੀ ਨਾਲ ਆਵੇਗਾ। ਭਗਤ ਕਬੀਰ ਕਹਿੰਦੇ ਨੇ ਸੁਖ ਮੰਗਤ ਦੁੱਖ ਆਗਲ ਆਵੇ, ਸੋ ਸੁਖ ਹਮੂ ਨਾ ਮੰਗਿਆ ਭਾਵੇ। ਇਹ ਪਰਿਪੂਰਨ ਪਰਮਾਤਮਾ ਸੁਖ ਮੰਗੀਏ ਤੇ ਜਿਤਨਾ ਵੱਡਾ ਸੁਖ ਮੰਗੀਏ ਉਤਨਾ ਹੀ ਵੱਡਾ ਦੁੱਖ ਨਾਲ ਆ ਜਾਂਦਾ। ਅਸੀਂ ਮੰਗਦੇ ਹੀ ਨਹੀਂ, ਗੱਲ ਖਤਮ। ਭਗਤ ਕਬੀਰ ਕਹਿੰਦੇ ਮੰਗਦੇ ਹੀ ਨਹੀਂ। ਸੁਖ ਮੰਗਤ ਦੁੱਖ ਆਗਲ ਆਵੇ। ਹੁਣ ਜਿਤਨੇ ਧਾਰਮਿਕ ਮੰਦਰ ਨੇ, ਕੋਈ ਪ੍ਰੇਅਰ ਕਰ ਰਿਹਾ, ਪ੍ਰਾਰਥਨਾ ਕਰ ਰਿਹਾ, ਅਰਦਾਸ ਕਰ ਰਿਹਾ, ਜੋਦੜੀ ਕਰ ਰਿਹਾ, ਆਖਰ ਉਹਦੇ ਚ ਕੀ ਹੈ? ਇਹ ਪ੍ਰਭੂ ਤੂੰ ਸੁੱਖ ਦੇ, ਇੰਨੀ ਗੱਲ ਹੈ, ਤੂੰ ਸੁੱਖ ਦੇ। ਤੇ ਗੁਰੂ ਨਾਨਕ ਦਾ ਫੈਸਲਾ ਮੈਂ ਤੁਹਾਡੇ ਸਾਹਮਣੇ ਰੱਖਾਂ। ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੇ ਸੁੱਖ। ਨਿੱਜੀ ਖਿਆਲ ਮੇਰਾ ਕੋਈ ਵੀ ਨਹੀਂ ਹੋਵੇਗਾ, ਜੋ ਕੁਝ ਤੁਹਾਡੇ ਸਾਹਮਣੇ ਰੱਖਾਂਗਾ ਗੁਰਬਾਣੀ ਤਸਦੀਕ ਕਰ ਦੇਗੀ। ਨਾਨਕ ਬੋਲਣ ਝਖਣਾ, ਉਹ ਬੋਲਣਾ ਝੱਖ ਮਾਰਨਾ ਕਿਹੜਾ? ਦੁੱਖ ਛੱਡ ਮੰਗੇ ਸੁੱਖ। ਦੁੱਖ ਨੂੰ ਇੱਕ ਪਾਸੇ ਰੱਖ ਕੇ ਸੁੱਖ ਮੰਗਣਾ। ਸੁਖ ਦੁੱਖ ਦੋਵੇਂ ਕੱਪੜੇ ਪਹਿਰੇ ਜਾਏ ਮਨੁੱਖ। ਸਾਹਿਬ ਕਹਿੰਦੇ ਤੇ ਦੋਵੇਂ ਕੱਪੜੇ ਨੇ, ਬਾਰ-ਬਾਰ ਬਦਲਨੇ ਪੈਂਦੇ ਨੇ, ਕਦੀ ਸੁਖ ਕਦੀ ਦੁੱਖ, ਇਹ ਤੇ ਬਦਲਨੇ ਪੈਣਗੇ। ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪੂਰਨ ਪੁਰਖ ਦੀ ਪਹਿਚਾਣ ਦੱਸਦੇ ਨੇ ਕਿ ਉਹ ਸੁਖ ਦੁੱਖ ਤੋਂ ਉੱਚਾ ਹੁੰਦਾ ਹੈ। ਜੋ ਨਰ ਦੁੱਖ ਮੇਂ ਦੁੱਖ ਨਹੀਂ ਮਾਨੇ, ਸੁਖ ਸਨੇਹ ਅਰ ਭੈ ਨਹੀਂ ਜਾਂ ਕੇ ਕੰਚਨ ਮਾਟੀ ਮਾਨੇ। ਸੁਖ ਦੁੱਖ ਤੋਂ ਉੱਚਾ ਹੈ। ਜੈਸਾ ਸੁਖ ਵੈਸਾ ਹੀ ਦੁੱਖ, ਜੈਸਾ ਦੁੱਖ ਵੈਸਾ ਹੀ ਸੁਖ। ਉਹਦੇ ਵਾਸਤੇ ਦੋਵੇਂ ਹੀ ਬਰਾਬਰ ਨੇ, ਕੋਈ ਫਰਕ ਨਹੀਂ।
ਦੋ ਤਰ੍ਹਾਂ ਦੇ ਭਗਤ ਹਨ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਾਣੀ ਤੁਸੀਂ ਭਗਤਾਂ ਦੀ ਪੜ੍ਹੋ ਨਾ, ਕੁਝ ਭਗਤ ਐਸੇ ਨੇ ਜੋ ਕਹਿੰਦੇ ਨੇ, ਹੇ ਪ੍ਰਭੂ ਤੇਰੀ ਤਰਫੋਂ ਮਿਲਿਆ ਹੋਇਆ ਸੁੱਖ ਸਾਨੂੰ ਪ੍ਰਵਾਨ ਹੈ, ਪਰ ਤੇਰੀ ਤਰਫੋਂ ਆਇਆ ਹੋਇਆ ਦੁੱਖ ਵੀ ਸਾਨੂੰ ਕਬੂਲ ਹੈ, ਉਹ ਵੀ ਅਸੀਂ ਕਬੂਲ ਕਰਦੇ ਹਾਂ, ਉਹ ਵੀ ਅਸੀਂ ਪ੍ਰਵਾਨ ਕਰਦੇ ਹਾਂ। ਭਗਤ ਨਾਮਦੇਵ ਜੀ ਮਹਾਰਾਜ ਦੇ ਸ਼ਬਦ, ਜੇ ਰਾਜ ਦੇ ਤਾਂ ਕਮਨ ਵਡਾਈ, ਜੇ ਭੀਖ ਮੰਗਾਏ ਤਾਂ ਕਿਆ ਘਟ ਜਾਏ। ਜੇ ਤੂੰ ਸਾਨੂੰ ਸਿੰਘਾਸਣ ਤੇ ਬਿਠਾ ਦੇਵੇਂ ਤੇ ਸਾਡਾ ਵਧਣਾ ਕੀ ਹੈ, ਜੇ ਤੂੰ ਦਰ ਦਰ ਦਾ ਭਿਖਾਰੀ ਬਣਾ ਦੇਵੇਂ ਤੇ ਸਾਡਾ ਘਟਣਾ ਕੀ ਹੈ। ਇਹ ਤੇ ਸਰੀਰ ਦੇ ਨਾਲ ਚੱਲਦਾ ਹੈ ਤੇ ਜ਼ਿੰਦਗੀ ਦੇ ਨਾਲ ਚੱਲਦਾ ਹੈ, ਸਾਨੂੰ ਕਬੂਲ ਹੈ, ਸਾਨੂੰ ਪ੍ਰਵਾਨ ਹੈ। ਇਸ ਵਾਸਤੇ ਕਹਿੰਦੇ ਨੇ ਭਗਤਾਂ ਨੂੰ ਦੁਖੀ ਕਰਨਾ ਬੜੀ ਔਖੀ ਗੱਲ ਹੈ। ਕਿਉਂ? ਦੁੱਖ ਸੁੱਖ ਤੋਂ ਉੱਚੇ ਹੈ, ਉਹਨਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਡਾਰ। ਹੁਣ ਲੋਕੀ ਸਾਨੂੰ ਭਲਾ ਭਲਾ ਆਖਣ, ਉਹਦੇ ਨਾਲ ਕੋਈ ਮਤਲਬ ਨਹੀਂ। ਲੋਕੀ ਸਾਨੂੰ ਬੁਰਾ ਬੁਰਾ ਆਖਣ, ਗੁਰੂ ਰਾਮਦਾਸ ਜੀ ਕਹਿੰਦੇ ਕੋਈ ਮਤਲਬ ਨਹੀਂ, ਸਾਡਾ ਕੋਈ ਮਤਲਬ ਨਹੀਂ। ਅਸੀਂ ਇਹਨਾਂ ਦੀ ਗੱਲ ਤੋਂ ਬਹੁਤ ਉੱਚੇ ਹਾਂ। ਤੇ ਮੈਂ ਕਈ ਦਫਾ ਹੈਰਾਨ ਹੋਣਾ, ਹੁਣ ਚਾਰ ਬੰਦੇ ਭਲਾ ਭਲਾ ਅਗਰ ਨਾ ਆਖਣ ਤੇ ਤੂੰ ਔਖਾ ਕਿਉਂ ਹੋ ਰਿਹਾ? ਕਿਉਂਕਿ ਲੋਕਾਂ ਕੋਲ ਤੈਨੂੰ ਸਰਟੀਫਿਕੇਟ ਚਾਹੀਦਾ ਹੈ, ਅਗਲੇ ਕਹਿਣ ਤਾਂ ਹੀ ਤੂੰ ਭਲਾ ਹੈ, ਕੋਈ ਭਲਾ ਨਹੀਂ। ਦਰਅਸਲ ਮਨੁੱਖ ਦੇ ਕੋਲ ਜਿਹੜੀਆਂ ਭਲਾਈਆਂ ਨੇ ਨਾ, ਉਹ ਵੀ ਅਖੌਤੀ ਨੇ। ਚਾਰ ਬੰਦੇ ਕਹਿਣੇ ਬੜਾ ਹੀ ਭਲਾ ਹੈ, ਬਹੁਤ ਭਲਾ ਹੈ, ਬੰਦਾ ਭੁੱਲ ਜਾਂਦਾ ਹੈ। ਤੇ ਚਾਰ ਬੰਦੇ ਕਹਿਣ ਲੱਗ ਪਏ ਨੇ ਭੈੜਾ ਹੈ, ਇਹ ਭੈੜਾ ਹੈ, ਇਹ ਦੁਖੀ ਹੋ ਜਾਂਦਾ। ਵੀ ਤੂੰ ਦੁਖੀ ਕਿਉਂ ਹੋਣਾ? ਇਹਦਾ ਮਤਲਬ ਤੇਰੀ ਜ਼ਿੰਦਗੀ ਦੂਜਿਆਂ ਦੇ ਹੱਥ 'ਚ। ਦੂਜਾ ਜੋ ਕੁਝ ਵੀ ਕਹੇ ਤੇ ਤੂੰ ਪਰੇਸ਼ਾਨ ਹੋ ਜਾਏਗਾ, ਦੂਜਾ ਜੋ ਕੁਝ ਵੀ ਕਹੇ ਤੇ ਤੂੰ ਫੁੱਲ ਪਏਗਾ। ਫਿਰ ਤੇਰਾ ਆਪਣਾ ਆਪ ਤੇ ਤੇਰੇ ਕੋਲ ਨਾ ਹੋਇਆ, ਦੂਜਿਆਂ ਦੇ ਹਵਾਲੇ। ਕਦੀ ਬਗੌਰ ਮੁਤਾਲਾ ਕਰਨਾ, ਅਸੀਂ ਦੂਜਿਆਂ ਦੇ ਹਵਾਲੇ। ਲੋਕੀ ਮਿਲਦੇ ਨੇ, ਕਹਿੰਦੇ ਨੇ ਫਲਾਣੇ ਨੇ ਸਾਨੂੰ ਬੜੀ ਇੱਜ਼ਤ ਦਿੱਤੀ, ਫਲਾਣੇ ਨੇ ਸਾਨੂੰ ਬੜਾ ਸਨਮਾਨ ਦਿੱਤਾ, ਫਲਾਣੇ ਨੇ ਸਾਨੂੰ ਬੜਾ ਸੁੱਖ ਦਿੱਤਾ। ਇਹ ਬੰਦਾ ਆਪਣਾ ਤੇਰੇ ਕੋਲ ਕੱਖ ਕੋਈ ਨਹੀਂ। ਜੋ ਕੁਝ ਵੀ ਇਹ ਦਿੱਤਾ ਗਿਆ, ਤੂੰ ਬਹੁਤ ਵੱਡਾ ਭਿਖਾਰੀ ਹੈ, ਤੈਥੋਂ ਵੱਡਾ ਹੋਰ ਕਿਹੜਾ ਮੰਗਦਾ ਹੋਣਾ? ਕੋਈ ਧਨ ਮੰਗਦਾ ਹੈ, ਕੋਈ ਅੰਨ ਮੰਗਦਾ ਹੈ, ਤੂੰ ਇੱਜ਼ਤ ਪਿਆ ਮੰਗਦਾ ਹੈ, ਸੁੱਖ ਪਿਆ ਮੰਗਦਾ ਹੈ, ਪ੍ਰਤਿਸ਼ਠਾ ਪਿਆ ਮੰਗਦਾ ਹੈ, ਸਨਮਾਨ ਪਿਆ ਮੰਗਦਾ ਹੈ। ਉਹ ਤੇਰੇ ਕੋਲ ਕੱਖ ਕੋਈ ਨਹੀਂ। ਦੂਜਾ ਕੋਈ ਦੇਵੇ ਤੇ ਤੇਰੇ ਕੋਲ ਇੱਜ਼ਤ ਹੈ, ਸਨਮਾਨ ਹੈ, ਪ੍ਰਤਿਸ਼ਠਾ ਹੈ, ਹੋਰ ਕੁਝ ਨਹੀਂ। ਫਿਰ ਇਹ ਵੀ ਕਹਿੰਦਾ ਹੈ ਵੀ ਦੂਜੇ ਨੇ ਸਾਡੀ ਬੜੀ ਨਿਰਾਦਰੀ ਕੀਤੀ। ਕੌਣ ਦੱਸੇ? ਜਿਹੜਾ ਦੂਜਾ ਸਨਮਾਨ ਦਿੰਦਾ ਉਹ ਅਪਮਾਨ ਵੀ ਦਿੰਦਾ ਹੈ, ਜੋ ਸੁੱਖ ਦਿੰਦਾ ਉਹ ਦੁੱਖ ਵੀ ਦਿੰਦਾ ਹੈ। ਇਹ ਤੇ ਸੰਸਾਰ ਵਿੱਚ ਐਸਾ ਚੱਲਦਾ ਹੈ। ਇਸ ਵਾਸਤੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕੋਈ ਭਲਾ ਭਲਾ ਆਖੇ, ਸਾਡਾ ਕੋਈ ਮਤਲਬ ਨਹੀਂ। 5-10 ਬੰਦੇ ਕਹਿਣ ਲੱਗ ਪਏ ਨੇ ਤੇ ਬੜਾ ਗੁਰਮੁਖ ਹੈ, ਬੜਾ ਦਾਨੀ ਹੈ, ਬੜਾ ਗਿਆਨੀ ਹੈ, ਬੰਦਾ ਭੁੱਲ ਜਾਂਦਾ ਹੈ। ਤੇ 5-10 ਕਹਿਣ ਲੱਗ ਪਏ ਨੇ ਤੇ ਬਹੁਤ ਭੈੜਾ ਹੈ, ਕੌਡੀਆਂ ਵੀ ਖੋਟਾ ਹੈ, ਬੰਦਾ ਔਖਾ ਹੋ ਜਾਂਦਾ ਹੈ, ਬੰਦਾ ਬੇਜ਼ਾਰ ਹੋ ਜਾਂਦਾ ਹੈ। ਲੇਕਿਨ ਗੁਰੂ ਰਾਮਦਾਸ ਜੀ ਕਹਿੰਦੇ ਸਾਰਾ ਜਗਤ ਭਲਾ ਭਲਾ ਆਖੇ, ਅਸੀਂ ਉਹਨਾਂ ਦੇ ਕਹਿਣ ਕਰਕੇ ਭਲੇ ਨਹੀਂ ਹਾਂ। ਤੇ ਸਾਰਾ ਜਗਤ ਬੁਰਾ ਬੁਰਾ ਆਖੇ, ਕੋਈ ਮਤਲਬ ਹੀ ਨਹੀਂ, ਕਹਿਣ ਤੋਂ ਇਸ ਤੋਂ ਉੱਚੇ ਹਾਂ। ਇੱਕ ਬਿਰਤੀ ਬਣ ਜਾਂਦੀ ਹੈ, ਇੱਕ ਮਨ ਦੀ ਅਵਸਥਾ ਬਣ ਜਾਂਦੀ ਹੈ। ਵਰਨਾ ਆਮ ਲੋਕੀ ਕਰੀਬਨ ਉਸੇ ਹੀ ਪੱਧਰ ਤੇ ਰਹਿੰਦੇ ਨੇ। ਇਸ ਵਾਸਤੇ ਦੁਖੀ ਵੀ ਹੋ ਜਾਂਦੇ ਨੇ, ਭੁੱਲ ਵੀ ਜਾਂਦੇ ਨੇ। ਮੈਨੂੰ ਇਸ ਤਰ੍ਹਾਂ ਦੇ ਅਨੇਕਾਂ ਮਨੁੱਖ ਮਿਲੇ ਨੇ, ਕਹਿੰਦੇ ਅਸੀਂ ਗੁਰਦੁਆਰੇ ਇਸ ਵਾਸਤੇ ਨਹੀਂ ਜਾਂਦੇ, ਫਲਾਣੇ ਨੇ ਇੱਕ ਗੱਲ ਕਹਿ ਦਿੱਤੀ ਸੀ, ਸਾਨੂੰ ਚੁੱਭ ਗਈ ਹੈ, ਹੁਣ ਨਹੀਂ ਜਾਂਦੇ ਅਸੀਂ, ਕੋਈ ਮਤਲਬ ਨਹੀਂ। ਤੇ ਮੈਂ ਉਹਨਾਂ ਨੂੰ ਕਹਿਣਾ ਹੁੰਦਾ, ਕੋਈ ਫਲਾਣਾ ਐਸੀ ਵੈਸੀ ਗੱਲ ਕਰ ਛੱਡੇ, ਤੂੰ ਆਪਣਾ ਘਰ ਛੱਡ ਦੇਂਗਾ, ਆਪਣੀ ਪਤਨੀ ਛੱਡ ਦੇਂਗਾ, ਆਪਣੇ ਬੱਚਿਆਂ ਨੂੰ ਛੱਡ ਦੇਂਗਾ, ਤੂੰ ਆਪਣਾ ਪਰਿਵਾਰ ਛੱਡ ਦੇਂਗਾ। ਕੋਈ ਐਸੀ ਵੈਸੀ ਗੱਲ ਕਰ ਛੱਡੇ, ਤੂੰ ਆਪਣਾ ਘਰ ਨਹੀਂ ਛੱਡਦਾ। ਤੇ ਕਿਸੇ ਨੇ ਐਸੀ ਵੈਸੀ ਗੱਲ ਕਰ ਦਿੱਤੀ ਹੈ, ਤੂੰ ਗੁਰੂ ਦਾ ਘਰ ਛੱਡ ਦਿੱਤਾ ਹੈ। ਦਰਅਸਲ ਤੂੰ ਅੰਦਰੋਂ ਛੱਡਿਆ ਹੋਇਆ ਹੀ ਸੀ, ਤੈਨੂੰ ਬਹਾਨਾ ਚਾਹੀਦਾ ਸੀ, ਮਿਲ ਗਿਆ, ਗੱਲ ਖਤਮ। ਬਹਾਨਾ ਚਾਹੀਦਾ ਸੀ, ਮਿਲ ਗਿਆ ਤੈਨੂੰ। ਵਰਨਾ ਕੋਈ ਐਸੀ ਵੈਸੀ ਗੱਲ ਕਰੇ ਤੇ ਤੂੰ ਆਪਣਾ ਘਰ ਛੱਡਦਾ। ਤੂੰ ਇਹ ਥੋੜੀ ਕਹਿੰਦਾ ਫਲਾਣੇ ਨੇ ਅੱਜ ਇਹ ਗੱਲ ਕਹਿ ਦਿੱਤੀ, ਹੁਣ ਮੈਂ ਆਪਣੇ ਘਰ ਨਹੀਂ ਜਾਣਾ। ਨਹੀਂ, ਘਰ ਤੇ ਤੂੰ ਜਾਣਾ, ਭਾਵੇਂ 100 ਤੈਨੂੰ ਤਾਨੇ ਮਾਰਨ। ਪਰ ਇੱਕ ਨਿੱਕੀ ਜਿਹੀ ਗੱਲ ਹੋ ਜਾਏ, ਤੂੰ ਕਹਿੰਦਾ ਨਾ ਹੁਣ ਮੈਂ ਨਹੀਂ ਜਾਣਾ, ਫਲਾਣੇ ਨੇ ਉਹ ਗੱਲ ਕਹਿ ਦਿੱਤੀ ਸੀ। ਉਹ ਪੁਰਖਾ ਤੂੰ ਤੇ ਅੰਦਰੋਂ ਛੱਡਿਆ ਹੋਇਆ, ਗੁਰੂ ਨੂੰ ਬਹਾਨਾ ਇੱਕ ਚਾਹੀਦਾ। ਕਈਆਂ ਨੂੰ ਬਹਾਨੇ ਚਾਹੀਦੇ ਨੇ ਛੱਡਣ ਦੇ, ਬਸ ਟੁੱਟੇ ਹੀ ਹੋਏ, ਨਿੱਕੇ ਜਿਹੇ ਬਹਾਨੇ ਨਾਲ ਟੁੱਟ ਗਏ। ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਸਾਰਾ ਜਗਤ ਭਾਵੇਂ ਭਲਾ ਭਲਾ ਆਖੇ ਤੇ ਸਾਰਾ ਜਗਤ ਭਾਵੇਂ ਬੁਰਾ ਬੁਰਾ ਆਖੇ, ਕੋਈ ਮਤਲਬ ਨਹੀਂ। ਅਸੀਂ ਤੇ ਆਪਣੇ ਆਪ ਨੂੰ ਗੁਰੂ ਅਮਰਦਾਸ ਜੀ ਦੇ ਚਰਨਾਂ ਤੋਂ ਕੁਰਬਾਨ ਕਰ ਦਿੱਤਾ, ਨਿਛਾਵਰ ਕਰ ਦਿੱਤਾ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਡਾਰ।
तो गुरु अर्जन देव जी महाराज का फैसला कि दूसरा लक्षण जिहड़ा पूर्ण पुरख दा है वो ये कि ज्ञानम सम दुख सुखन जुगत निर्मल निर्वैर ने। उन्हां दे वास्ते दुख सुख एक समान ने, इक्को कुछ। जैसा दुख वैसा सुख। और इस चक्कर च ना पैना कि दुख भगतां ते आउंदे नहीं, जिन्ने दुख भगतां ते आए ने आम संसारियां ते नहीं आए। तुसीं हुण लंबी चौड़ी अवतारां दी कथा पढ़ो। मैं देखदा साडे देश दे पुराने अवतारां दे चों राम है ते 14 साल दा बनवास है। फिर द्वापर युग दे होए श्री कृष्ण, उन्हां दा जन्म होया जेल दे च। शायद आप नूं पता होवे कृष्ण जी दा जन्म होया जेल दे च। माता पिता जेल दे च सन, काफी समय तो बंद सन, कंस ने बंद करके रखे हुए सन। आखिर जन्म भी श्री कृष्ण का जेल दे च, जेल की तंग तारीख कोठड़ी दे च। दूजे पासे मैं देखदा गुरु तेग बहादुर साहब जी महाराज ज्योति जोत समाए ने औरंगजेब की जेल दे च, कैद दे च। महापुरुषों का जन्म है जेल दे च, महापुरुषों का अंत है जेल दे च, हथकड़ियां दे च, पिंजरे दे च। भगत कबीर नूं सारी जिंदगी बनारस के वासियों ने चैन नाल नहीं बैठण दिता। कभी तुसीं इतिहास पढ़ोगे तो दंग रह जाओगे। कोई चोरी के इल्जाम विच पकड़वा रहा है, कोई उसके घर नूं अग ला रहा है, कोई तरह तरह दीयां तोहमतां ला रहा है, चारों पासे परेशानियां। पर कबीर ने अपने मन की हालत ऐसी बना लई सी, कोई भरा कहो भावें बुरा कहो, हम तन दियो है डर। एक दफा घर नूं किसी ने अग लाई ते कबीर बैठे सन गंगा के तट ते, नाम की धुन विच नहीं, अगम्मी रस्ते च। पुत्र भजिया होया आया ते कहन लगा बापू घर नूं ते अग लग गई है। कबीर कहंदा राम जपत तन जर की ना जाए, राम नाम चित रहो समाए। पुत्र का नाम सी कमाल। भी है कमाल गल सुन, जिस मस्ती च मैं बैठा हूं मेरा कोई तन भी साड़ देवे तां भी परवाह नहीं, घर जल गया कोई गल। एक हालत बन जाती है, दुख सुख एक समान। जो नर दुख में दुख नहीं माने, सुख सने और बह नहीं जाके, कंचन माटी माने, वरना दुख किसते नहीं आउंदा, हर एक ते आउंदा है। इन्नी मैं अर्ज करदे हां। एक छंद मैं थोड़े सामने रखा पंडित गुलाब सिंह जी महाराज का। निर्मले महात्मा होए ने ते उन्होंने बहुत सारे ग्रंथ लिखे सन, गुरु घर के एक महान आलम। तो संस्कृत ते ब्रिज भाषा के महान पंडित होने करके इन्हां दो ही भाषावां दे च उन्होंने ग्रंथ लिखे। वो कहते ने जह नाम उचारत दुख मिटे, वो राम गए पद स्यों बन माई। जिस दा नाम लेंदियां ही बंदे नूं सुख मिलता है। ते पंडित गुलाब सिंह जी कहते मैं तो देखता पिया 14 साल वास्ते बन बंद च धक्के पिया कहता। जै नाम उचारत दुख मिटे, वो राम गए पद स्यों बन माई। मथुरा तज कान बनी अपदा, मुचकंद हरी दिन की गिरमाई। कृष्ण जी नूं मथुरा छड्डनी पई। कंस दा सौरा जरासिंध फौज लैके चढ़ आया ते समुची फौज का मुकाबला करने की समर्था श्री कृष्ण कोल नहीं सी, ना इतनी सेना ना इतनी ताकत। आखिर मथुरा छड़ के नसना पिया ते पिछे जरासिंध की सेना। प्रार्थना करते आ रहे हैं कृष्ण, हे प्रभु जिवें तेरी मर्जी। रस्ते विच पहाड़ की गुफा विच बैठे सन मुचकंद नाम के एक ऋषि, काफी समय दे बैठे सन समाधि विच। उहदे पिछे छिप गए कृष्ण, तां बचे। सेना लंघ गई जरासिंध दी। उस महात्मा के पीछे छुप के श्री कृष्ण ने अपनी जान बचाई। तो पंडित गुलाब सिंह जी महाराज कहते मथुरा का जफान बनी अपदा, मुचकंद हरी तिन की गिरमाई। बलबीर पिता रघुबीर पिता, दुख लोक समान लहे भव माई। कहो रे मन कौन सुखी जग में, तन धार के जो दुख पावत नाई। जिन्हों मनुखा तन मिले ते दुखी ना होया होवे। पंडित गुलाब सिंह जी कहते मैनू दसो कौन है, ऐसा कौन है। वो कहते इत्थे ते मैं रघुबीर दा पिता बलबीर दा पिता दुखी वेखदा पिया, इत्थे ते मैं कृष्ण नूं परेशान वेखदा पिया ते राम नूं बेजार देखदा पिया। रोवे राम निकाला भया, सीता लक्ष्मण
ਵਿਛੜ ਗਿਆ। ਤਨ ਧਾਰ ਕੇ ਜੋ ਦੁਖ ਪਾਵਤ ਨਾਈ, ਮਨੁੱਖਾ ਤਨ ਮਿਲਿਆ ਹੋਵੇ ਤੇ ਦੁਖੀ ਨਾ ਹੋਇਆ ਹੋਵੇ। ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਮੈਨੂੰ ਦੱਸੋ ਐਸਾ ਕੌਣ ਹੈ? ਦੁੱਖ ਤੇ ਆਉਂਦੇ ਨੇ ਸਮਗਰ ਰੂਪ ਦੇ ਵਿੱਚ। ਜਿਵੇਂ ਧੁੱਪ ਸਾਰਿਆਂ ਘਰਾਂ 'ਚ ਜਾਂਦੀ ਹੈ, ਠੰਡ ਪਏ ਤੇ ਠੰਡ ਸਾਰਿਆਂ ਹੀ ਘਰਾਂ 'ਚ ਜਾਂਦੀ ਹੈ, ਰਾਤ ਆਉਂਦੀ ਹੈ ਤੇ ਸਾਰੇ ਘਰਾਂ 'ਚ ਹੀ ਰਾਤ ਪੈਂਦੀ ਹੈ। ਦੁੱਖ ਤੇ ਵਿਆਪਕ ਹੈ, ਸਾਰੇ ਤਨ ਵਿੱਚ ਪ੍ਰਗਟ ਹੁੰਦਾ, ਹਰ ਇੱਕ ਦੇ ਵਿੱਚ ਪ੍ਰਗਟ ਹੁੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਦੂਸਰਾ ਲੱਛਣ ਮਹਾਂਪੁਰਸ਼ ਦਾ ਇਹ ਹੈ ਕਿ ਉਹ ਆਪਣੀ ਸੁਰਤ ਇਤਨੀ ਉੱਚੀ ਕਰ ਲੈਂਦਾ ਹੈ, ਦੁੱਖ ਆਉਂਦੇ ਨੇ, ਸੁੱਖ ਆਉਂਦੇ ਨੇ, ਲੰਘ ਜਾਂਦੇ ਨੇ। ਸੁੱਖ ਕੋਈ ਉਹਨੂੰ ਆਯਾਸ਼ ਨਹੀਂ ਬਣਾਉਂਦਾ ਤੇ ਦੁੱਖ ਉਸ ਨੂੰ ਬੇਚੈਨ ਨਹੀਂ ਕਰਦਾ। ਅਸੀਂ ਸੁੱਖ ਦੇ ਵਿੱਚ ਖਿਮਾ ਕਰਨੀ ਸੁਖਿਆਰੇ ਹੋ ਜਾਂਦੇ ਹਾਂ, ਦੁੱਖ ਦੇ ਵਿੱਚ ਬੇਜ਼ਾਰ ਹੋ ਜਾਂਦੇ ਹਾਂ, ਬੇਚੈਨ ਹੋ ਜਾਂਦੇ ਹਾਂ। ਦੋਵਾਂ ਹਾਲਤਾਂ ਡਾਵਾਂ ਡੋਲ, ਦੋਵਾਂ ਹਾਲਤਾਂ 'ਚ ਸੁਰਤ ਥੱਲੇ ਚਲੀ ਜਾਂਦੀ। ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰ ਹੈ, ਇਹ ਦੂਜਾ ਲੱਛਣ ਹੈ। ਤੇ ਤੀਸਰਾ ਲੱਛਣ ਦਿਆਲੰ ਸਰਬਤਰ ਜੀਆ ਪੰਜ ਦੋਖ ਬਿਵਰਜਤੇ ਹੈ। ਸੈਕੰਡ ਉਸਦਾ ਤੀਸਰਾ ਲੱਛਣ ਇਹ ਹੋਵੇਗਾ ਕਿ ਉਹਦੀ ਦਇਆ ਸਾਰੇ ਜੀਵਾਂ ਤੇ ਹੋਵੇਗੀ। ਉਹਦੇ ਅੰਦਰ ਬੜੀ ਕੋਮਲਤਾ ਹੋਵੇਗੀ, ਉਹਦਾ ਹਿਰਦਾ ਬੜਾ ਪਿਘਲਿਆ ਹੋਇਆ ਹੋਵੇਗਾ, ਉਹਦੇ ਅੰਦਰ ਬੜਾ ਸ਼ਰਮਾ ਹੋਵੇਗਾ ਔਰ ਉਹ ਦੂਜਿਆਂ ਦੇ ਦੁੱਖ ਨੂੰ ਦੁੱਖ ਸਮਝਦਾ ਹੋਵੇਗਾ। ਆਪਣਾ ਦੁੱਖ ਕੋਈ ਦੁੱਖ ਨਹੀਂ, ਦੂਜੇ ਦਾ ਦੁੱਖ ਦੁੱਖ ਹੈ। ਸਾਡੇ ਵਾਸਤੇ ਕੀ ਹੈ? ਆਪਣਾ ਦੁੱਖ ਤੇ ਦੁੱਖ ਹੈ, ਦੂਜਿਆਂ ਦਾ ਦੁੱਖ ਕੋਈ ਦੁੱਖ ਨਹੀਂ। ਆਮ ਜਗਤ ਦੀ ਹਾਲਤ ਇਹ ਹੋ ਜਾਂਦੀ। ਮਹਾਂਪੁਰਸ਼ ਦੇ ਵਿੱਚ ਤੇ ਆਮ ਸੰਸਾਰੀ ਵਿੱਚ ਇਹੀ ਅੰਤਰ ਹੈ। ਚੌਥਾ ਲੱਛਣ ਮਹਾਂਪੁਰਸ਼ ਦਾ ਕੀ ਹੈ? ਭੋਜਨੰ ਗੋਪਾਲ ਕੀਰਤਨ ਅਲਿਪ ਮਾਇਆ ਜਲ ਕਮਲ ਰਹੇ ਤੇ, ਇਕਾਗਰਤਾ ਬਖਸ਼ਣੀ। ਚੌਥਾ ਲੱਛਣ ਉਸਦਾ ਇਹ ਹੈ, ਸਾਹਿਬ ਕਹਿੰਦੇ ਨੇ ਉਹਦਾ ਜਿਹੜਾ ਭੋਜਨ ਹੋਵੇਗਾ ਗੋਪਾਲ ਦਾ ਕੀਰਤਨ ਹੋਵੇਗਾ। ਹੁਣ ਤੁਸੀਂ ਆਖੋਗੇ ਕੀਰਤਨ ਕਿਸ ਤਰ੍ਹਾਂ ਭੋਜਨ ਹੋ ਸਕਦਾ ਹੈ? ਆਖਰ ਭੋਜਨ ਚਾਹੀਦਾ, ਅੰਨ ਪਾਣੀ ਚਾਹੀਦਾ, ਕੀਰਤਨ ਕਿਸ ਤਰ੍ਹਾਂ ਭੋਜਨ ਬਣ ਸਕਦਾ ਹੈ? ਗੁਰੂ ਅਰਜਨ ਦੇਵ ਜੀ ਮਹਾਰਾਜ ਹੋਰ ਥਾਂ ਤੇ ਵੀ ਲਿਖਦੇ ਨੇ, ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਜੋ ਬ੍ਰਹਮ ਗਿਆਨੀ ਹੈ ਉਹਦੀ ਖੁਰਾਕ ਪ੍ਰਮਾਤਮਾ ਦਾ ਨਾਮ ਹੈ, ਉਹਦਾ ਗਿਆਨ ਹੈ। ਹੁਣ ਸਾਨੂੰ ਇਤਨਾ ਪਤਾ ਹੈ ਕਿ ਭੋਜਨ ਤੋਂ ਤ੍ਰਿਪਤੀ ਮਿਲਦੀ ਹੈ, ਮਨੁੱਖ ਨੂੰ ਅਜੇ ਇਹ ਬੋਧ ਨਹੀਂ ਕਿ ਭਜਨ ਤੋਂ ਵੀ ਤ੍ਰਿਪਤੀ ਮਿਲਦੀ ਹੈ। ਇਹ ਤੇ ਬੰਦੇ ਨੂੰ ਪਤਾ ਹੈ ਕਿ ਭੋਜਨ ਤੋਂ ਤਾਕਤ ਮਿਲਦੀ ਹੈ, ਖੂਨ ਬਣਦਾ ਹੈ, ਲੇਕਿਨ ਅਜੇ ਵਿਸ਼ਵਾਸ ਨਹੀਂ ਬਣੇਗਾ ਕਿ ਭਜਨ ਤੋਂ ਵੀ ਤਾਕਤ ਮਿਲਦੀ ਹੈ, ਭਜਨ ਤੋਂ ਵੀ ਸੁਫੁਰਤੀ ਮਿਲਦੀ ਹੈ, ਭਜਨ ਤੋਂ ਵੀ ਕੋਈ ਗੱਲ ਬਣਦੀ ਹੈ। ਥੋੜਾ ਜਿਹਾ ਮੈਂ ਖੁਲਾਸਾ ਕਰਾਂ ਇਸ ਦਾ। ਕਹਿੰਦੇ ਜਿਹੜਾ ਬੰਦਾ ਅੰਦਰੋਂ ਬਹੁਤ ਦੁਖੀ ਹੈ, ਬਹੁਤ ਬੇਚੈਨ ਹੋਵੇ, ਤਾਂ ਦੁਖੀ ਬੰਦਾ ਜ਼ਿਆਦਾ ਖਾਂਦਾ ਹੈ। ਅੰਦਰ ਖਲਾ ਹੈ, ਅੰਦਰ ਖਾਲੀਪਣ ਹੈ ਤੇ ਆਖਰ ਉਸ ਨੂੰ ਭਰਨਾ ਹੈ। ਕਿਸ ਤਰ੍ਹਾਂ ਭਰੇ? ਖੁਰਾਕ ਨਾਲ ਭਰਦਾ ਹੈ, ਭੋਜਨ ਨਾਲ ਭਰਦਾ ਹੈ। ਬੰਦਾ ਬਹੁਤ ਪ੍ਰਸੰਨਤਾ ਦੇ ਚ ਹੋਵੇ, ਬੜੇ ਖੇੜੇ ਵਿੱਚ ਹੋਵੇ, ਬੜੀ ਖੁਸ਼ੀ ਦੇ ਚ ਹੋਵੇ, ਕਹਿੰਦੇ ਖੁਰਾਕ ਘਟ ਜਾਂਦੀ ਹੈ, ਖਾਣਾ ਘਟ ਜਾਂਦਾ ਹੈ। ਇੱਕ ਉਦਾਹਰਣ ਦੇਣਾ, ਅਕਸਰ ਹਿੰਦੁਸਤਾਨ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਲੋਟੇ ਬੱਚੇ ਦੀ ਸ਼ਾਦੀ ਹੋਵੇ ਤੇ ਘਰ ਵਿੱਚ ਤਰ੍ਹਾਂ ਤਰ੍ਹਾਂ ਦੇ ਮਹਿਮਾਨ ਹੋਣ ਤੇ ਮਹਿਮਾਨ ਤਰ੍ਹਾਂ ਤਰ੍ਹਾਂ ਦੇ ਪਦਾਰਥ ਛਕ ਰਹੇ ਨੇ ਤੇ ਹੁਣ ਉਸ ਮਾਂ ਨੂੰ ਕੋਈ ਆਖੇ ਤੂੰ ਵੀ ਛਕ, ਕਹਿੰਦੀ ਮੈਨੂੰ ਭੁੱਖ ਨਹੀਂ ਲੱਗੀ ਹੋਈ, ਇੱਧਰ ਭੱਜਦੀ ਪਈ ਹੈ, ਉਧਰ ਭੱਜਦੀ ਪਈ ਹੈ, ਮੈਨੂੰ ਭੁੱਖ ਨਹੀਂ। ਬਈ ਕਿਉਂ ਨਹੀਂ ਭੁੱਖ? ਇੰਨੀ ਖੁਸ਼ੀ ਨਾਲ ਭਰ ਗਈ ਹੈ, ਭੁੱਖ ਨੂੰ ਭੁੱਲ ਗਈ ਹੈ। ਭੁੱਖ ਨਹੀਂ, ਖੁਸ਼ੀ ਨਾਲ ਭਰ ਗਈ ਹੈ। ਤੇ ਖੁਸ਼ੀ ਤਾਕਤ ਦਿੰਦੀ ਹੈ, ਖੁਸ਼ੀ ਤਾਜ਼ਗੀ ਦਿੰਦੀ ਹੈ। ਵਕਤੀ ਤੌਰ ਤੇ ਇੱਕ ਜਿਹੜੀ ਖੁਸ਼ੀ ਹੈ ਉਸਨੇ ਭੁੱਖ ਨੂੰ ਘਟਾ ਦਿੱਤਾ ਹੈ ਤੇ ਜਿਸ ਨੂੰ ਨਾਮ ਦੀ ਖੁਸ਼ੀ ਮਿਲੀ ਹੋਵੇ ਉੱਥੇ ਭੋਜਨ ਆਪੇ ਘਟ ਜਾਂਦਾ ਹੈ। ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ। 15-15 ਦਿਨ ਗੁਰੂ ਨਾਨਕ ਨੇ ਕੁਛ ਨਹੀਂ ਛਕਿਆ ਤੇ ਮਰਦਾਨਾ ਅਗਰ ਉੱਥੇ ਮੰਗਦਾ ਹੈ ਤਾਂ ਉਸਦਾ ਕਸੂਰ ਨਹੀਂ ਹੈ। ਉਹ ਦੂਜੇ ਚੌਥੇ ਦਿਨ ਕਹਿ ਦਿੰਦਾ ਸੀ ਬਾਬਾ ਹੁਣ ਤੇ ਭੋਜਨ ਦਾ ਇੰਤਜ਼ਾਮ ਕਰ, ਹੁਣ ਤੇ ਕੁਛ ਗੱਲ ਬਣਾ। 4 ਦਿਨ ਲੰਘ ਗਏ ਨੇ, 5 ਦਿਨ ਲੰਘ ਗਏ ਨੇ, ਹੁਣ ਤੇ ਭੋਜਨ ਦਾ ਉਪਰਾਲਾ ਹੋਵੇ। ਜਾਂ ਫਿਰ ਜਿਸ ਤਰ੍ਹਾਂ ਦੀ ਮਸਤੀ ਬਾਬਾ ਤੇਰੇ ਕੋਲ ਹੈ ਮੈਨੂੰ ਦੇ, ਉਹ ਖੁਸ਼ੀ ਮੈਨੂੰ ਦੇ, ਉਸ ਤਰ੍ਹਾਂ ਦੀ ਮਸਤੀ ਮੇਰੇ ਕੋਲ ਹੋਵੇ। ਇੱਥੇ ਬੰਗਾਲ ਦੇ ਵਿੱਚ ਇੱਕ ਮਾਤਾ ਹੋਈ ਹੈ, ਥੋੜਾ ਅਰਸਾ ਹੋਇਆ ਗੁਜ਼ਰੀ ਹੈ। ਉਹ 3 ਮਹੀਨਾ ਸਮਾਧੀ ਵਿੱਚ ਰਹੀ ਹੈ, ਅੰਦਰ ਬੜੀ ਖੁਸ਼ੀ ਵਿੱਚ ਰਹੀ ਤੇ 3 ਮਹੀਨਿਆਂ ਤੋਂ ਬਾਅਦ ਉਸਦਾ ਵਜ਼ਨ ਤੋਲਿਆ ਗਿਆ ਕਿਉਂਕਿ 3 ਮਹੀਨੇ ਉਸਨੇ ਖਾਧਾ ਨਹੀਂ ਕੁਛ।
ਕੁਝ ਵੀ ਨਹੀਂ ਖਾਧਾ, ਵਜ਼ਨ ਘਟਿਆ ਨਹੀਂ, ਕੋਈ ਕਮਜ਼ੋਰੀ ਨਹੀਂ ਆਈ। ਉਸ ਤੋਂ ਫਿਰ ਅੰਦਾਜ਼ਾ ਲਾਣਾ ਪੈਂਦਾ ਹੈ ਇਹ ਲੰਬੀਆਂ ਸਮਾਧੀਆਂ ਵਿੱਚ ਜਿਹੜੇ ਮਹਾਂਪੁਰਸ਼ ਹੁੰਦੇ ਸਨ, ਇਹ ਗੱਲਾਂ ਸਹੀ ਨੇ ਕਿ ਤਾਕਤ ਉਸੇ ਤਰੀਕੇ ਨਾਲ ਬਣੀ ਹੋਈ ਹੈ, ਸਰੀਰ ਦਾ ਵਜ਼ਨ ਨਹੀਂ ਘਟਿਆ, ਕਮਜ਼ੋਰੀ ਵੀ ਨਹੀਂ ਹੋਈ। ਸਾਹਿਬ ਕਹਿੰਦੇ ਨੇ ਕਿ ਚੌਥਾ ਲੱਛਣ ਜਿਹੜਾ ਉਸਦਾ ਹੈ, ਭੋਜਨ ਹੋਵੇਗਾ ਗੋਪਾਲ ਦਾ ਕੀਰਤਨ, ਪਰਮਾਤਮਾ ਦਾ ਨਾਮ ਜਪੇਗਾ, ਉਸ ਤੋਂ ਇਸ ਨੂੰ ਤਾਜ਼ਗੀ ਮਿਲ ਜਾਏਗੀ, ਉਸ ਤੋਂ ਹੀ ਉਸ ਨੂੰ ਖੁਸ਼ੀ ਮਿਲ ਜਾਏਗੀ। ਭੋਜਨ ਉਹ ਨਾਮ ਮਾਤਰ ਲਵੇਗਾ, ਵਾਸਤਵਿਕ ਉਸ ਦਾ ਜਿਹੜਾ ਭੋਜਨ ਹੈ ਉਹ ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇਆ ਜਲ ਕਮਲ ਰਹਿਤੇ। ਸਾਹਿਬ ਕਹਿੰਦੇ ਉਸ ਦਾ ਜਿਹੜਾ ਭੋਜਨ ਹੋਵੇਗਾ ਉਹ ਗੋਪਾਲ ਦਾ ਕੀਰਤਨ ਹੋਵੇਗਾ, ਪ੍ਰਭੂ ਦੀ ਕੀਰਤੀ ਹੋਵੇਗੀ, ਇਸ ਖੁਰਾਕ ਤੋਂ ਬਿਨਾਂ ਉਹ ਰਹਿ ਨਹੀਂ ਸਕੇਗਾ। ਇਹ ਚੌਥਾ ਲੱਛਣ। ਤੇ ਪੰਜਵਾਂ ਸਾਹਿਬ ਕਹਿੰਦੇ ਨੇ ਪਰ ਨਿੰਦਾਨ ਸਰੋਤ ਸਰਵਣੰ ਆਪ ਤਿਆਗ ਸਗਲ ਰੇਣ ਕੇ। ਜਿੱਥੇ ਪਰਾਈ ਨਿੰਦਾ ਕਰਦਾ ਨਹੀਂ, ਉੱਥੇ ਪਰਾਈ ਨਿੰਦਾ ਸੁਣਦਾ ਵੀ ਨਹੀਂ, ਕਤਈ ਨਹੀਂ ਸੁਣਦਾ। ਨਿੰਦਾ ਦਾ ਮਤਲਬ ਹੈ ਗੱਲ ਘਟਾ ਕੇ ਬਿਆਨ ਕਰਨੀ, ਤੇ ਉਸਤਤ ਦਾ ਮਤਲਬ ਹੈ ਗੱਲ ਵਧਾ ਕੇ ਬਿਆਨ ਕਰਨੀ। ਤੇ ਦੋਹਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਰੋਕਿਆ। ਉਸਤਤ ਨਿੰਦਾ ਦੋ ਤਿਆਗੇ ਖੋਜੇ ਪਦ ਨਿਰਵਾਨਾ। ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਣਾ। ਵੀ ਇਹ ਕੰਮ ਬੜਾ ਔਖਾ ਹੈ। ਕਿਹੜਾ? ਉਸਤਤ ਤੇ ਨਿੰਦਾ ਨੂੰ ਤਿਆਗਣਾ। ਉਸਤਤ ਕੀ ਗੱਲ ਵਧਾ ਕੇ ਬਿਆਨ ਕਰ ਰਹੇ ਹੈ ਕੰਡਾ ਤੇ ਕਈ ਜਣਾ ਫੁੱਲ ਹੈ, ਫੁੱਲ ਹੈ ਅੰਧੇਰਾ ਤੇ ਆਖੀ ਜਣਾ ਰੋਸ਼ਨੀ ਹੈ, ਰੋਸ਼ਨੀ ਹੈ ਮਨਮੁਖ ਤੇ ਕਈ ਜਣਾ ਗੁਰਮੁਖ ਹੈ, ਗੁਰਮੁਖ ਹੈ। ਇਹ ਉਸਤਤ ਹੈ। ਤੇ ਨਿੰਦਾ ਕੀ ਹੈ? ਫੁੱਲ ਨੂੰ ਕੰਡਾ ਕਹੀ ਜਾਣਾ, ਦਿਨ ਨੂੰ ਰਾਤ ਆਖੀ ਜਾਣਾ, ਭਗਤ ਨੂੰ ਦੁਸ਼ਟ ਆਖੀ ਜਾਣਾ, ਇਹ ਨਿੰਦਾ ਹੋ ਜਾਂਦੀ ਹੈ। ਗੱਲ ਘਟਾ ਕੇ ਬਿਆਨ ਕਰਨੀ ਨਿੰਦਾ ਹੈ, ਗੱਲ ਵਧਾ ਕੇ ਬਿਆਨ ਕਰਨੀ ਉਸਤਤ ਹੈ। ਤੇ ਇਹ ਦੋਵੇਂ ਝੂਠ ਨੇ, ਮਨ ਮੈਲਾ ਹੁੰਦਾ ਹੈ। ਉਸਤਤ ਨਾਲ ਵੀ ਮਨ ਮੈਲਾ ਹੁੰਦਾ ਹੈ, ਨਿੰਦਾ ਨਾਲ ਵੀ ਹੁੰਦਾ ਹੈ। ਇਹ ਦੋਵੇਂ ਬੰਦੇ ਨੂੰ ਬਹਿਦੀ ਕਲਾ ਚ ਲੈ ਜਾਂਦੀਆਂ ਨੇ, ਉਸਤਤ ਤੇ ਨਿੰਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰੋਕਦੇ ਨੇ, ਪੁਰਖਾ ਨਾ ਤੂੰ ਗੱਲ ਵਧਾ ਕੇ ਬਿਆਨ ਕਰ, ਨਾ ਤੂੰ ਗੱਲ ਘਟਾ ਕੇ ਬਿਆਨ ਕਰ। ਤੇ ਮਨੋਵਿਗਿਆਨੀ ਅੱਜ ਐਸਾ ਕਹਿ ਰਹੇ ਨੇ ਕਿ ਸਮੁੱਚੀ ਦੁਨੀਆ ਵਿੱਚ ਜਾਂ ਤੇ ਗੱਲ ਵਧਾ ਕੇ ਬਿਆਨ ਕੀਤੀ ਜਾਂਦੀ ਹੈ ਜਾਂ ਗੱਲ ਘਟਾ ਕੇ ਬਿਆਨ ਕੀਤੀ ਜਾਂਦੀ ਹੈ। ਗੱਲ ਜਿਤਨੀ ਹੈ ਉਤਨੀ ਨਹੀਂ ਆਖੀ ਜਾਂਦੀ। ਕੰਡੇ ਨੂੰ ਕੰਡਾ ਕਹਿ ਦੇਣਾ, ਫੁੱਲ ਨੂੰ ਫੁੱਲ ਕਹਿ ਦੇਣਾ, ਇਹ ਸੱਚ ਹੈ। ਪਰ ਬੰਦਾ ਸੱਚ ਅਧੂਰਾ ਬੋਲਦਾ। ਕਈ ਦਫਾ ਫੁੱਲ ਨੂੰ ਫੁੱਲ ਤੇ ਕਹਿ ਦਿੰਦਾ ਤੇ ਹੁਣ ਇਹਨੂੰ ਆਖੋ ਤੂੰ ਕੰਡੇ ਨੂੰ ਕੰਡਾ ਕਹਿ, ਕਹਿੰਦਾ ਨਹੀਂ, ਇਹ ਨਹੀਂ। ਕੰਡੇ ਨੂੰ ਕੰਡਾ ਆਖੇ ਨਹੀਂ ਚੁੱਭੇਗਾ, ਸਾਨੂੰ ਹੀ ਪਰੇਸ਼ਾਨ ਕਰੇਗਾ, ਸਾਨੂੰ ਤਕਲੀਫ ਦੇਵੇਗਾ। तो बंदा सच अद्धा ही बोलता है। शरीफ नूं शरीफ कह देता है, बदमाश नूं बदमाश आखण की हिम्मत नहीं है। गुरमुख नूं ते गुरमुख कह देता है, दुष्ट नूं दुष्ट आखण की हिम्मत नहीं है। अधूरा सच बोलता है। ते अधूरा जिहड़ा सच बोलता है वह झूठ ही होता है। सच होंदा है या ते पूर्ण होता है, मुकम्मल होता है, अधूरा नहीं होता। साहिब गुरु गोबिंद सिंह जी महाराज का लिखित जफरनामा मैं एक दिन पढ़ रहा सी। जफरनामे विच गुरु गोबिंद सिंह जी महाराज ने कुछ औरंगजेब दीयां खूबियां भी लिखियां ने, उहदियां सिफतां, उहदियां खूबियां। महापुरुष की यह पहचान है कि वह ना निंदा करेगा ना उस्तत करेगा, गल जितनी है उतनी करनी। साहब कहंदे ने, ऐ औरंगजेब, एक ते परिपूर्ण परमात्मा ने तेनों खूबसूरत बनाया है, दूसरा तू निशानची है, तेरा निशाना खता नहीं जाता, तीसरा तू नीति का बड़ा पंडित है, राजनीतिक है, बहुत उगा राजनीतिक है, ते चौथा तू रोजे भी रखदा है, नमाज भी पढ़दा, हाथ विच तस्बीह भी रखदा, उठदा तू अलल सुभाह है, अमृत वेले उठदा है, ज़कात भी देना, दान भी करना है, फिर हाथ नाल टोपियां बना के कुरान शरीफ लिख के वो बाजार बिकदी है, उस दे नाल तू रिज़्क खाना है, रोटी खाना है, खजाने के पैसे की तू रोटी भी नहीं खाता। इतना वड्डा तू परहेजगार है, ये तेरियां खूबियां ने, ये ते मैं मनदा, पर तू फकीर नहीं है, खुदा शनास नहीं है, महा झूठा ते भय भी है। तू रामन्ना दानम के यजना शनास, बरामद जतो कार हादिल खराश। मैं तेनों खुदा शनास नहीं मनता, तू आखे मैं खुदा नू जानन वाला कतई नहीं, तू दुष्ट है, कठोर है, तू ते अपने भरावां नू कतल कर छड़िया,
ਤੂੰ ਆਪਣੇ ਪਿਓ ਨੂੰ ਕੈਦ ਕਰ ਛੱਡਿਆ। ਔਰੰਗਜ਼ੇਬ ਨੇ ਪਿਓ ਨੂੰ ਵੀ ਕੈਦ ਕਰ ਛੱਡਿਆ ਸੀ। ਔਰ ਜਿਸ ਵਕਤ ਕੈਦ ਕੀਤਾ ਹੈ, ਦਰਵਾਜ਼ਾ ਬੰਦ ਕਰਕੇ ਤਾਲਾ ਮਾਰ ਕੇ ਚਾਬੀ ਆਪਣੇ ਕੋਲ ਰੱਖ ਲਈ। ਸੰਤਰੀ ਨੂੰ ਨਹੀਂ ਦਿੱਤੀ, ਸਿਪਾਹੀ ਨੂੰ ਨਹੀਂ ਦਿੱਤੀ। ਔਰ ਹੁਕਮ ਕਰ ਦਿੱਤਾ ਜਿਸ ਵਕਤ 2 ਟਾਈਮ ਰੋਟੀ ਜਾਏਗੀ ਮੇਰੇ ਸਾਹਮਣੇ ਜਾਵੇ, ਮੈਂ ਦਰਵਾਜ਼ਾ ਖੋਲਾਂਗਾ। ਆਪ ਸ਼ੱਕ ਸੀ ਮਤਾਂ ਕੋਈ ਕੱਢ ਦੇਵੇ, ਮਤਾਂ ਕੋਈ ਭਜਾ ਦੇਵੇ ਮੇਰੇ ਪਿਓ ਨੂੰ, ਤੇ ਮੇਰਾ ਪਿਓ ਫਿਰ ਕੋਈ ਲਾਓ ਲਸ਼ਕਰ ਇਕੱਠਾ ਕਰਕੇ ਲਿਆਵੇ ਤੇ ਮੇਰੇ ਕੋਲ ਰਾਜ ਪਾਟ ਖੋਹ ਲਵੇ। ਇਸ ਵਾਸਤੇ ਚਾਬੀ ਆਪਣੇ ਕੋਲ ਰੱਖਦਾ ਸੀ। ਗਰਮੀਆਂ ਦੇ ਦਿਨ ਸਨ, ਆਗਰੇ ਦੇ ਕਿਲੇ ਵਿੱਚ ਕੈਦ ਸੀ ਸ਼ਾਹਜਹਾਂ। ਜੇਲ੍ਹ ਦੇ ਦਰਵਾਜ਼ੇ ਦੀਆਂ ਸਲਾਖਾਂ ਬੜੀਆਂ ਬਾਰੀਕ ਸਨ। ਸ਼ਾਹਜਹਾਂ ਨੂੰ ਪਿਆਸ ਲੱਗੀ ਤੇ ਸਿਪਾਹੀ ਨੂੰ ਕਹਿਣ ਲੱਗਾ ਪਾਣੀ ਚਾਹੀਦਾ। ਗਰਮੀਆਂ ਦੇ ਦਿਨ ਸਨ, ਬੜੀ ਤ੍ਰਿਖਾ ਲੱਗੀ, ਪਾਣੀ ਚਾਹੀਦਾ। ਸਿਪਾਹੀ ਕਹਿਣ ਲੱਗਾ ਬਈ ਜਹਾਂ ਬਣਾ, ਦਰਵਾਜ਼ੇ ਵਿੱਚੋਂ ਤਾਂ ਮੈਂ ਪਾਣੀ ਦਾ ਗਿਲਾਸ ਦੇ ਨਹੀਂ ਸਕਦਾ, ਬਹੁਤ ਛੋਟੇ ਸੁਰਾਖ ਨੇ, ਤੇ ਚਾਬੀ ਔਰੰਗਜ਼ੇਬ ਕੋਲ ਹੈ। ਸ਼ਾਹਜਹਾਂ ਕਹਿਣ ਲੱਗਾ ਔਰੰਗਜ਼ੇਬ ਮੇਰਾ ਬੱਚਾ ਹੈ, ਮੇਰਾ ਲੜਕਾ ਹੈ, ਜਾ ਤੂੰ ਉਹਨੂੰ ਕਹਿ ਤੇਰੇ ਬਾਪੂ ਨੂੰ, ਤੇਰੇ ਅੱਬਾ ਨੂੰ ਪਿਆਸ ਲੱਗੀ, ਉਹ ਆਪ ਆ ਜਾਏਗਾ, ਪਾਣੀ ਪਿਲਾ ਜਾਏਗਾ। ਸਿਪਾਹੀ ਜਿਉਂ ਪਹੁੰਚੇ ਔਰੰਗਜ਼ੇਬ ਦੇ ਕੋਲ ਤੇ ਕਹਿ ਦਿੱਤਾ ਸ਼ਾਹਜਹਾਂ ਨੂੰ ਪਿਆਸ ਲੱਗੀ ਹੈ, ਤ੍ਰਿਖਾ ਲੱਗੀ ਹੈ, ਲਿਹਾਜ਼ਾ ਦਰਵਾਜ਼ਾ ਖੋਲਣਾ। ਔਰੰਗਜ਼ੇਬ ਕਹਿਣ ਲੱਗੇ ਨਹੀਂ, ਰਾਤ ਦੇ ਵਕਤ ਜੋ ਰੋਟੀ ਜਾਏਗੀ ਉਦੋਂ ਪਾਣੀ ਚਲਾ ਜਾਏਗਾ, ਹੁਣ ਮੈਂ ਨਹੀਂ ਜਾਣਾ, ਹੁਣ ਦਰਵਾਜ਼ਾ ਨਹੀਂ ਖੋਲਣਾ। ਸਿਪਾਹੀ ਵਾਪਸ ਆ ਗਿਆ ਤੇ ਕਹਿੰਦਾ ਸ਼ਾਹਜਹਾਂ ਜਹਾਂ ਬਣਾ, ਰਾਤ ਨੂੰ ਜਿਸ ਵਕਤ ਰੋਟੀ ਆਵੇਗੀ ਪਾਣੀ ਵੀ ਆ ਜਾਏਗਾ, ਹੁਣ ਨਹੀਂ ਮਿਲ ਸਕਦਾ। ਔਰੰਗਜ਼ੇਬ ਕਹਿੰਦਾ ਹੁਣ ਦਰਵਾਜ਼ਾ ਨਹੀਂ ਖੁੱਲਦਾ। ਰੋ ਪਿਆ ਉੱਥੇ ਸ਼ਾਹਜਹਾਂ, ਜ਼ਾਰੋ ਜ਼ਾਰ, ਪਿਆਸ ਉਸਨੂੰ ਬੜੀ ਲੱਗੀ ਸੀ। ਦਿਲ ਨੂੰ ਇਤਨੀ ਚੋਟ ਲੱਗੀ, ਜ਼ਬਾਨ ਚੋਂ ਕੁਝ ਫਿਕਰੇ ਨਿਕਲੇ ਨੇ ਸ਼ਾਇਰੀ ਦੇ ਰੂਪ ਵਿੱਚ, ਤੇ ਹਿੰਦੁਸਤਾਨ ਵਿੱਚ ਆਲਮਾਂ ਦੀ ਦੁਨੀਆ ਵਿੱਚ ਸ਼ਾਹਜਹਾਂ ਦੇ ਇਹ ਗੀਤ ਬੜੇ ਮਸ਼ਹੂਰ ਨੇ। ਆਲਮਾਂ ਦੀ ਦੁਨੀਆ ਵਿੱਚ, ਸਿਆਣਿਆਂ ਦੀ ਦੁਨੀਆ 'ਚ ਤੁਸੀਂ ਧਿਆਨ ਨਾਲ ਸਰਵਣ ਕਰਨਾ। ਸ਼ਾਹਜਹਾਂ ਦੀ ਜ਼ਬਾਨ ਚੋਂ ਇਹ ਬੋਲ ਨਿਕਲੇ, ਬਾਬਾਏ ਮਨ ਬਹਾਦਰ ਮਨ ਦੀ ਰੋਜ਼ ਲਖ ਸਵਾਏ ਬੂਦਮ, ਇਮਰੋਜ਼ ਹੈ ਮੁਹਤਾਜ ਹੈ ਯਕ ਕਾ ਸयाब। ਸ਼ਾਹਜਹਾਂ ਕਹਿੰਦਾ ਐ ਮੇਰੇ ਬੱਚੇ, ਐ ਹੋਣਹਾਰ ਬੱਚੇ, ਇੱਕ ਦਿਨ ਮੈਂ ਲੱਖਾਂ ਅਸਵਾਰਾਂ ਦਾ ਮਾਲਿਕ ਸੀ। ਬਾਬਾਏ ਮਨ ਬਹਾਦਰ ਮਨ ਦੀ ਰੋਜ਼ ਲਖ ਸਵਾਰ ਬੂਦਮ, ਇੱਕ ਦਿਨ ਮੈਂ ਹਜ਼ਾਰਾਂ ਅਸਵਾਰਾਂ ਦਾ ਮਾਲਿਕ ਸੀ। ਇਮਰੋਜ਼ ਹੈ ਮੁਹਤਾਜ ਹੈ ਯਕ ਕਾ ਸयाब, ਅੱਜ ਮੈਂ ਮੁਹਤਾਜ ਹਾਂ ਇੱਕ ਗਿਲਾਸ ਪਾਣੀ ਵਾਸਤੇ ਨਹੀਂ ਹੈ। ਦਰੀ ਦੁਨੀਆ ਮਗਰੂਰ ਨਾ ਬਾਇਦ ਬੂਦ, ਇਸ ਝੂਠੀ ਦੁਨੀਆ ਦਾ ਇਸ ਢੰਗ ਨਾਲ ਮਾਣ ਨਹੀਂ ਕਰਨਾ ਚਾਹੀਦਾ। ਮੈਨੂੰ ਹੀ ਵੇਖ, ਮੈਂ ਕੱਲ ਹਿੰਦੁਸਤਾਨ ਦੇ ਤਖਤ ਦਾ ਵਾਰਿਸ, ਅੱਜ ਪਾਣੀ ਦੇ ਘੁੱਟ ਵਾਸਤੇ ਤਰਸਦਾ ਪਿਆ। ਮੈਨੂੰ ਵੇਖ, ਮੈਥੋਂ ਸਿੱਖਿਆ ਹੈ। ਅੱਗੇ ਜਿਹੜੀ ਗੱਲ ਕਹੀਏ ਸ਼ਾਹਜਹਾਂ ਨੇ ਬੜੀ ਕੀਮਤੀ ਕਹਿ ਦਿੱਤੀ। ਉਹ ਕਹਿੰਦਾ ਆਫਰੀ ਹਿੰਦੂਆਂ ਹਰ ਬਾਪ। ਹੁਣ ਕੋਈ ਮੁਸਲਮ ਮੁਗਲ ਸ਼ਹਿਨਸ਼ਾਹ ਹਿੰਦੂਆਂ ਦੇ ਬਾਰੇ ਇਹ ਗੱਲ ਆ ਕੇ ਬੜੀ ਕੀਮਤੀ ਹੈ। ਕਹਿੰਦਾ ਆਫਰੀ ਹਿੰਦੂਆਂ ਹਰ ਬਾਬ ਕਿ ਮੁਰਦਾਰਾ ਮੇ ਧਿੰਦ ਦਾਇਮ ਆਬ, ਸ਼ਾਬਾਸ਼ ਹੈ ਹਿੰਦੂਆਂ ਤੇ, ਆਫਰੀਨ ਹੈ ਹਿੰਦੂਆਂ ਤੇ। ਪਿਓ ਮਰ ਵੀ ਜਾਏ ਤੇ ਪਾਣੀ ਦੇਂਦੇ, ਮਾਂ ਮਰ ਵੀ ਜਾਏ ਤੇ ਪਾਣੀ ਦੇਂਦੇ, ਪਿਤਰਾਂ ਨੂੰ ਪਾਣੀ ਦੇਂਦੇ। ਪਿਓ ਮਰ ਗਿਆ, ਦਾਦਾ ਮਰ ਗਿਆ, ਪਾਣੀ ਪੈ ਦਿੰਦੇ ਨੇ। ਆਫਰੀ ਹਿੰਦੂਆਂ ਹਰ ਬਾਬ ਕਿ ਮੁਰਦਾਰਾ ਮੇ ਧਿੰਦ ਦਾਇਮ ਆਬ, ਐ ਪਿਸਰ ਤੂੰ ਅਜਬ ਮੁਸਲਮਾਨੀ, जिंदा राह में जानम व आप न रसानी। ऐ मेरे बच्चे तू अजीब मुसलमान है, क्यों तेरा पानी दे घुट वास्ते तरसदा पिया जिंदा ते तू पानी नहीं देता। शाबाश है हिंदुआं ते मरे हुए प्यो नूं पानी देई जांदे ने, मरे हुए दादे नूं पानी देई जांदे ने, तू जीवदे नूं नहीं देंदा। साहिब गुरु गोबिंद सिंह जी महाराज कहंदे ने ऐ औरंगजेब ये ते ठीक है, तू खूबसूरत है, निशानची है, राजनीतिक है, अमृत वेले उठदा है, रोजे रखदा है, नमाज पढ़दा है, तस्बीह फेरदा है, पर सब कुछ करदे होया भी तू दुष्ट है। तो रामन नादानम कि यजना शनास, बरामद से तो कार हादिल खराश, तू खुदा शनास नहीं है।
ਤੂੰ ਖੁਦਾ ਨੂੰ ਨਹੀਂ ਸਮਝਿਆ। ਜੇ ਕਿਧਰੇ ਖੁਦਾ ਨੂੰ ਸਮਝਿਆ ਹੁੰਦਾ ਤੇ ਪਾਣੀ ਦੇ ਘੁੱਟ ਵਾਸਤੇ ਪਿਆਸਾ ਤੂੰ ਪਿਓ ਨੂੰ ਨਹੀਂ ਮਾਰਨਾ ਸੀ। ਤੂੰ ਕਿੱਥੇ ਜਾਣਿਆ? ਤੇਰਾ ਹਿਰਦਾ ਇਤਨਾ ਸਖਤ, ਤੂੰ ਇਤਨਾ ਕਠੋਰ, ਤੂੰ ਇਤਨਾ ਜ਼ਾਲਿਮ। ਹੁਣ ਖੂਬੀਆਂ ਵੀ ਬਿਆਨ ਕਰ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਨੇ। ਇੱਥੇ ਮਹਾਂਪੁਰਸ਼ ਦੀ ਪਹਿਚਾਣ ਹੈ। ਵਰਨਾ ਹਿਰਦੇ 'ਚ ਵੈਰ ਹੋਵੇ ਤੇ ਬੰਦਾ ਖੂਬੀਆਂ ਦਾ ਜ਼ਿਕਰ ਨਹੀਂ ਕਰਦਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਖੂਬੀਆਂ ਦਾ ਜ਼ਿਕਰ ਕਰਦੇ ਨੇ। ਤੂੰ ਬਹੁਤ ਅੱਛਾ ਨਿਸ਼ਾਨਚੀ ਹੈ, ਰੱਬ ਨੇ ਤੈਨੂੰ ਬੜਾ ਖੂਬਸੂਰਤ ਬਣਾਇਆ ਹੈ। ਤੂੰ ਅੰਮ੍ਰਿਤ ਵੇਲੇ ਉੱਠਦਾ ਹੈ, ਤੂੰ ਤਸਬੀਹ ਖੇਰਦਾ ਹੈ, ਤੂੰ ਜ਼ਕਾਤ ਦੇਣਾ ਹੈ, ਤੂੰ ਰੋਜ਼ੇ ਰੱਖਦਾ ਹੈ, ਤੂੰ ਨਮਾਜ਼ ਪੜ੍ਹਦਾ ਹੈ। ਇਤਨੇ ਤੱਕ ਤਾਂ ਮੈਂ ਮੰਨਦਾ, ਪਰ ਤੂੰ ਖੁਦਾ ਸ਼ਨਾਸ ਨਹੀਂ ਹੈ। ਤੂੰ ਰੱਬ ਨੂੰ ਨਹੀਂ ਜਾਣਿਆ, ਤੂੰ ਪ੍ਰਮਾਤਮਾ ਨੂੰ ਨਹੀਂ ਜਾਣਿਆ। ਤੂੰ ਕਠੋਰ ਹਿਰਦੇ ਦਾ ਮਾਲਕ ਹੈ, ਤੂੰ ਦੁਸ਼ਟ ਹੈ, ਤੂੰ ਫਰੇਬੀ ਹੈ। ਤੇ ਅਗਾਂਹ ਚੱਲ ਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਅਗਰ ਸਦ ਕੁਰਾਨ ਬਾਖੁਰੀ ਕਸਮ ਮਰਾ ਏਤਬਾਰ ਨ ਯਕ ਜ਼ਰਰਾ ਦਮ। ਜੇ ਤੂੰ ਹਜ਼ਾਰਾਂ ਵੀ ਕਸਮਾਂ ਕੁਰਾਨ ਦੀਆਂ ਮੇਰੇ ਅੱਗੋਂ ਖਾਵੇਂ, ਮੈਂ ਇੱਕ ਕਸਮ ਤੇ ਵੀ ਭਰੋਸਾ ਕਰਨ ਵਾਲਾ ਨਹੀਂ। ਮੈਂ ਤੈਨੂੰ ਜਾਣਦਾ ਤੂੰ ਕਿੰਨਾ ਝੂਠਾ ਹੈ, ਮੈਂ ਤੈਨੂੰ ਜਾਣਦਾ ਤੂੰ ਕਿੰਨਾ ਫਰੇਬੀ ਹੈ, ਮੈਂ ਤੈਨੂੰ ਜਾਣਦਾ ਤੂੰ ਕਿੰਨਾ ਕਠੋਰ ਹੈ। ਹੁਣ ਇਹ ਨਿੰਦਾ ਨਹੀਂ ਹੈ, ਇਹ ਉਸਤਤ ਵੀ ਨਹੀਂ, ਸੱਚ ਹੈ। ਕੰਡੇ ਨੂੰ ਕੰਡਾ ਕਹਿ ਜਾਣਾ, ਫੁੱਲ ਨੂੰ ਫੁੱਲ ਕਹਿ ਜਾਣਾ, ਇਹ ਤੇ ਹੋ ਜਾਂਦੀ ਹੈ ਸੱਚ। ਗੱਲ ਵਧਾ ਕੇ ਬਿਆਨ ਕਰਨੀ, ਇਹ ਹੋ ਜਾਂਦੀ ਉਸਤਤ। ਗੱਲ ਘਟਾ ਕੇ ਬਿਆਨ ਕਰਨੀ, ਇਹ ਹੋ ਜਾਂਦੀ ਹੈ ਨਿੰਦਾ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪੰਜਵਾਂ ਲਕਸ਼ਣ ਜਿਹੜਾ ਮਹਾਂਪੁਰਸ਼ ਦਾ ਹੈ, ਨਾ ਉਹ ਨਿੰਦਾ ਦੇ ਚਾਹੁੰਦਾ, ਨਾ ਉਸਤਤ ਦੇ ਚਾਹੁੰਦਾ, ਨਾ ਨਿੰਦਾ ਕਰਦਾ, ਨਾ ਨਿੰਦਾ ਸੁਣਦਾ। ਗੱਲ ਖਤਮ। ਨਾ ਉਹਨੂੰ ਸੁਣਨ ਦਾ ਸ਼ੌਕ ਤੇ ਨਾ ਉਹਨੂੰ ਕਰਨ ਦਾ ਸ਼ੌਕ। ਕਹਿੰਦੇ ਨਿੰਦਾ ਦੇ ਚ ਰਸ ਬਣਦਾ ਹੈ। ਬੰਦਾ ਜਿਸ ਵਕਤ ਨਿੰਦਾ ਕਰਦਾ ਕਿਸੇ ਦੀ ਰਸ ਹੈ, ਕਿਉਂਕਿ ਅਗਲਾ ਘਟਾ ਕੇ ਜੋ ਬਿਆਨ ਕਰ ਰਿਹਾ ਹੈ, ਕਮ ਸੇ ਕਮ ਅਗਲਾ ਮੇਰੇ ਨਾਲੋਂ ਵੀ ਘਟੀਆ ਹੈ ਨਾ, ਤੋ ਰਸ ਬਣਦਾ ਹੈ, ਹੰਕਾਰ ਨੂੰ ਰਸ ਮਿਲਦਾ ਹੈ, ਤ੍ਰਿਪਤੀ ਮਿਲਦੀ ਹੈ। ਹੁਣ ਬੰਦਾ ਉਸਤਤ ਵੀ ਕਰਨਾ ਚਾਹੁੰਦਾ ਹੈ, ਬੰਦਾ ਨਿੰਦਾ ਵੀ ਕਰਨਾ ਚਾਹੁੰਦਾ ਹੈ, ਬੰਦਾ ਉਸਤਤ ਵੀ ਸੁਣਨਾ ਚਾਹੁੰਦਾ ਹੈ, ਬੰਦਾ ਨਿੰਦਾ ਵੀ ਸੁਣਨਾ ਚਾਹੁੰਦਾ ਹੈ। ਸ਼ਰਤ ਇਤਨੀ ਹੈ ਕਿ ਉਸਤਤ ਆਪਣੀ ਹੋਵੇ ਤੇ ਨਿੰਦਾ ਦੂਜੇ ਦੀ ਹੋਵੇ, ਫਿਰ ਬੜਾ ਰਸ ਬਣਦਾ ਹੈ। ਪਰ ਹੁਣ ਨਿੰਦਾ ਆਪਣੀ ਹੋਵੇ ਤੇ ਉਸਤਤ ਦੂਜੇ ਦੀ ਹੋਵੇ, ਫਿਰ ਬੜਾ ਦੁੱਖ ਬਣਦਾ ਹੈ, ਫਿਰ ਬੜੀ ਬੇਚੈਨੀ, ਫਿਰ ਬੜੀ ਪਰੇਸ਼ਾਨੀ। ਕਬੀਰ ਜੈਸਾ ਸੰਤ ਕਹਿੰਦਾ ਹੈ, ਮੈਨੂੰ ਨਿੰਦਾ ਸੁਣਨ ਦਾ ਸ਼ੌਕ ਹੈ। ਨਿੰਦੋ ਨਿੰਦੋ ਮੋਕੋ ਲੋਭ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ। ਇਹ ਨਿੰਦਕੋ ਜਿਤਨੀ ਰੱਜ ਕੇ ਕਰਨੀ ਹੈ ਨਿੰਦਾ ਕਰੋ। ਕਿਉਂ ਕਿ ਨਿੰਦਾ ਤੇ ਨਿੰਦਕ ਤੇ ਮੇਰੇ ਮਾਂ-ਬਾਪ ਦੀ ਤਰ੍ਹਾਂ ਨੇ। ਜਿਵੇਂ ਮਾਂ-ਬਾਪ ਮੇਰੀ ਪਾਲਣਾ ਕਰਦੇ ਰਹੇ ਨੇ, ਇਸ ਤਰ੍ਹਾਂ ਨਿੰਦਕ ਮੈਨੂੰ ਸਾਵਧਾਨ ਰੱਖਦੇ ਨੇ, ਸੁਚੇਤ ਰੱਖਦੇ ਨੇ। ਕਿਉਂਕਿ ਜਿਹੜੀ ਜਿਹੜੀ ਗੱਲਾਂ ਦੀ ਉਹ ਨਿੰਦਾ ਕਰਦੇ ਨੇ, ਮੈਂ ਸੁਚੇਤ ਹੋ ਜਾਵਾਂ, ਸਾਵਧਾਨ ਹੋ ਜਾਵਾਂ। ਇਸ ਵਾਸਤੇ ਨਿੰਦਾ ਬਾਪ ਨਿੰਦਾ ਮਹਿਤਾਰੀ, ਉਹ ਤੇ ਮੇਰੇ ਮਾਂ-ਬਾਪ ਦੀ ਤਰ੍ਹਾਂ ਨੇ। ਇਧਰ ਕਾਠੀਆਵਾੜ ਗੁਜਰਾਤ ਦੇ ਇਲਾਕੇ ਵਿੱਚ ਇੱਕ ਸੰਤ ਹੋਇਆ ਦਇਆ ਰਾਮ ਕਰਕੇ। ਉਹ ਕਹਿੰਦਾ, ਮੈਂ ਮਾਂ-ਬਾਪ ਨਾਲੋਂ ਵੀ ਨਿੰਦਕ ਨੂੰ ਜ਼ਿਆਦਾ ਸਨਮਾਨ ਦੇਣਾ, ਜ਼ਿਆਦਾ। ਬਈ ਕਿਉਂ? ਮਾਨੋ ਮਾਤ ਪਿਤਾ ਹੋਦੇ, ਨਿੰਦਕ ਕੋ ਅति नेओ, ਮੋਹ ਗੋਦ ਹੋਏ ਮਲਮੂਤਰ ਕਰ, ਇਹ ਰਸ ਨਾ ਲਖ ਲਿਓ। ਮਾਂ ਬਾਪ ਨੇ ਮੇਰਾ ਮਲਮੂਤਰ ਸਾਫ਼ ਕੀਤਾ ਸੀ ਹੱਥਾਂ ਨਾਲ, ਤੇ ਨਿੰਦਕ ਸਾਫ਼ ਕਰਦਾ ਜ਼ਬਾਨ ਨਾਲ। ਇਹ ਤੇ ਮਾਂ ਨਾਲੋਂ ਵੀ ਜ਼ਿਆਦਾ ਪੂਜ ਹੈ, ਇਹ ਤੇ ਪਿਓ ਨਾਲੋਂ ਵੀ ਜ਼ਿਆਦਾ ਪੂਜ ਹੈ। ਈਰਾਨ ਵਿੱਚ ਇੱਕ ਬੜੇ ਪ੍ਰਸਿੱਧ ਸੰਤ ਹੋਏ ਨੇ ਸ਼ੇਖ ਸਾਦੀ ਸਾਹਿਬ। ਉਹ ਕਹਿੰਦੇ ਨੇ, ਅੱਜ ਸੋਹਬਤੇ ਦੋਸਤੇ ਰੰਜਮ ਬਸ ਸਮਾਪਤੀ ਕਰਦੇ ਹਾਂ। ਕਹਿੰਦਾ ਮੈਂ ਦੋਸਤਾਂ ਤੋਂ ਬੜਾ ਦੁਖੀ ਹਾਂ, ਦੋਸਤਾਂ ਤੋਂ, ਮਿੱਤਰਾਂ ਤੋਂ। ਲੋਕੀ ਮਿੱਤਰ ਲੋੜਦੇ ਨੇ, ਲੋਕੀ ਦੋਸਤਾਂ ਨੂੰ ਲੱਭਦੇ ਨੇ। ਇਹ ਕਹਿੰਦਾ ਮੈਂ ਦੋਸਤਾਂ ਤੋਂ ਔਖਾ, ਮੈਨੂੰ ਦੋਸਤ ਨਹੀਂ ਚਾਹੀਦੇ, ਮਿੱਤਰ ਨਹੀਂ ਚਾਹੀਦੇ। ਬਈ ਕਿਉਂ? ਅੱਜ ਸੋਹਬਤੇ ਦੋਸਤੇ ਰੰਜਮ ਕਿ ਇਖਲਾਕ ਬਦਮ ਹੁਸਨ ਨੁਮਾਇਦਾ। ਕਹਿੰਦਾ ਇਹ ਜਿਹੜੇ ਮੇਰੇ ਦੋਸਤ ਨੇ ਨਾ, ਇਹ ਮੇਰੀ ਬਦ ਇਖਲਾਕੀ ਨੂੰ ਵੀ ਇਖਲਾਕ ਕਹਿੰਦੇ ਨੇ, ਮੇਰੇ ਔਗਣਾਂ ਨੂੰ ਗੁਣ ਕਹਿੰਦੇ ਨੇ, ਮੇਰੀਆਂ ਗਲਤੀਆਂ ਨੂੰ ਮਹਾਨ ਕਹਿੰਦੇ ਨੇ। ਐਬਮ ਹੁਨਰੋ ਕਮਾਲ ਬੀਨਤ, ਹਾਰਮ ਗੁਲ ਯਾਸਮੀਨ ਨੁਮਾਇਦ। ਜਿਹੜੇ ਮੇਰੇ ਕੰਢੇ ਨੇ ਉਹਨਾਂ ਨੂੰ ਫੁੱਲ ਆਖੀ ਜਾਂਦੇ ਨੇ, ਜਿਹੜੇ ਮੇਰੇ ਪਾਪ ਨੇ ਉਹਨਾਂ ਨੂੰ ਪੁੰਨ ਆਖੀ ਜਾਂਦੇ ਨੇ, ਜਿਹੜੀਆਂ ਮੇਰੀਆਂ ਬਦ ਇਖਲਾਕੀਆਂ ਨੇ ਉਹਨੂੰ ਸਦਾਚਾਰ ਆਖੀ ਜਾਂਦੇ ਨੇ। ਇਹਨਾਂ ਦੋਸਤਾਂ ਤੋਂ ਮੈਂ ਬੜਾ ਔਖਾ, ਇਹਨਾਂ ਮਿੱਤਰਾਂ ਤੋਂ ਮੈਂ ਬਹੁਤ ਔਖਾ। ਤੇ ਅੱਗੇ ਚੱਲ ਕੇ ਪਤਾ ਕੀ ਕਹਿੰਦਾ ਹੈ, ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ, ਤਾਂ ਐਵੇਂ ਮਰਾ ਬਮਨ ਨੁਮਾਇਦ। ਉਹ ਬੇਬਾਕ ਦੁਸ਼ਮਣ ਕਿੱਥੇ ਹੈ ਜਿਹੜਾ ਮੇਰੇ ਮੂੰਹ ਦੇ ਉੱਤੇ ਮੇਰੀਆਂ ਕਮਜ਼ੋਰੀਆਂ ਦਾ ਜ਼ਿਕਰ ਕਰੇ, ਮੇਰੀਆਂ ਖਾਮੀਆਂ ਦਾ ਜ਼ਿਕਰ ਕਰੇ। ਮੈਨੂੰ ਨਿੰਦਕ ਚਾਹੀਦਾ ਹੈ ਜਿਹੜਾ ਮੇਰੀਆਂ ਖਾਮੀਆਂ ਦਾ ਜ਼ਿਕਰ ਕਰੇ। ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ। ਲੋਕੀ ਮਿੱਤਰਾਂ ਨੂੰ ਲੱਭਦੇ ਨੇ, ਸ਼ੇਖ ਸਾਦੀ ਕਹਿੰਦਾ ਮੈਂ ਦੁਸ਼ਮਣਾਂ ਨੂੰ ਲੱਭਦਾ ਫਿਰਦਾ, ਚਾਹੀਦਾ ਮੈਨੂੰ ਦੁਸ਼ਮਣ।
को दुश्मन शौके चशम बेबाक ता ऐबे मरा बमन नुमायत। ਉਹ ਬੇਬਾਕ ਦੁਸ਼ਮਣ ਕਿੱਥੇ ਹੈ ਜਿਹੜਾ ਮੇਰੇ ਮੂੰਹ ਦੇ ਉੱਤੇ ਮੇਰੀ ਨਿੰਦਾ ਕਰੇ, ਮੇਰੀਆਂ ਕਮਜ਼ੋਰੀਆਂ ਦਾ ਜ਼ਿਕਰ ਕਰੇ। ਕਮ ਸੇ ਕਮ ਮੈਨੂੰ ਪਤਾ ਤੇ ਚੱਲੇ ਮੇਰੇ 'ਚ ਕੀ ਕਮਜ਼ੋਰੀਆਂ, ਮੇਰੇ 'ਚ ਕੀ ਭੁੱਲਾਂ ਨੇ। ਯਕੀਨ ਜਾਣੋ ਮਨੁੱਖ ਨਿੰਦਾ ਸੁਣਨਾ ਵੀ ਨਹੀਂ ਚਾਹੁੰਦਾ, ਆਪਣੀਆਂ ਕਮਜ਼ੋਰੀਆਂ ਦੇ ਬਾਰੇ ਕੁਝ ਨਹੀਂ ਸੁਣਨਾ ਚਾਹੁੰਦਾ, ਜਾਣਨਾ ਹੀ ਨਹੀਂ ਚਾਹੁੰਦਾ। ਔਖਾ ਹੋ ਜਾਂਦਾ ਹੈ, ਆਪਣੀ ਨਿੰਦਾ ਹੋਵੇ ਔਖਾ ਹੁੰਦਾ ਹੈ, ਦੂਜੇ ਦੀ ਨਿੰਦਾ ਹੋਵੇ ਖੁਸ਼ ਹੁੰਦਾ ਹੈ। ਆਪਣੀ ਉਸਤਤ ਹੋਵੇ ਬੜਾ ਖੁਸ਼ ਹੁੰਦਾ ਹੈ, ਦੂਜੇ ਦੀ ਉਸਤਤ ਹੋਵੇ ਬੜਾ ਔਖਾ ਹੁੰਦਾ ਹੈ। ਇਹ ਆਮ ਸੰਸਾਰੀ ਬੰਦੇ ਦੀ ਪਹਿਚਾਣ ਹੈ। ਭਗਤ ਜਿਹੜਾ ਹੈ ਆਪਣੀ ਉਸਤਤ ਸੁਣਦਾ ਨਹੀਂ, ਦੂਜੇ ਦੀ ਨਿੰਦਾ ਕਰਦਾ ਨਹੀਂ, ਗੱਲ ਖਤਮ। ਇਹ ਉਸਦੀ ਮਾਨਸਿਕ ਅਵਸਥਾ ਬਣ ਜਾਂਦੀ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪੰਜਵਾਂ ਉਸਦਾ ਲੱਛਣ ਹੈ ਪਰ ਨਿੰਦਾ ਨੇ ਸਰੋਤ ਸਰਵਣਨ ਆਗ ਤਿਆਗ ਸਗਲ ਰੇਣ ਕੇ। ਛੇਵਾਂ ਲੱਛਣ ਉਸਦਾ ਕੀ ਹੈ? ਛੇਵਾਂ ਲੱਛਣ ਸਾਹਿਬ ਕਹਿੰਦੇ ਉਪਦੇਸ਼ ਸੰਗ ਸੰਮਿਤਰ ਸਤਰੇ ਭਗਵੰਤ ਭਗਤ ਭਾਵਨੀ। ਉਹਦਾ ਉਪਦੇਸ਼ ਮਿੱਤਰਾਂ ਤੇ ਸ਼ਤਰੂਆਂ ਵਾਸਤੇ ਇੱਕ ਸਮਾਨ ਹੈ। ਉਹਦੀ ਦ੍ਰਿਸ਼ਟੀ 'ਚ ਕੋਈ ਮਿੱਤਰ ਨਹੀਂ, ਕੋਈ ਸ਼ਤਰੂ ਨਹੀਂ, ਸਾਰੇ ਇੱਕ ਸਮਾਨ। ਕਿਉਂਕਿ ਜਿਹਦੇ ਸ਼ਤਰੂ ਨੇ ਫਿਰ ਉਹਦੇ ਕੁਝ ਮਿੱਤਰ ਨੇ, ਜਿਹਦੇ ਕੁਝ ਮਿੱਤਰ ਨੇ ਉਹਦੇ ਕੁਝ ਸ਼ਤਰੂ ਨੇ। ਉਹਦੀ ਦ੍ਰਿਸ਼ਟੀ ਸਮਾਨ, ਸਾਰੇ ਹੀ ਆਪਣੇ। ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ। ਸਭ ਕੋ ਮੀਤ, ਇਹ ਨਹੀਂ ਇਹ ਆਪਣੇ ਇਹ ਭਰਾ ਹੈ, ਇਹ ਮਿੱਤਰ ਨੇ, ਇਹ ਦੁਸ਼ਮਣ ਨੇ। ਇਸ ਤਰ੍ਹਾਂ ਦੇ ਵਿਤਕਰੇ ਵਿੱਚ ਉਹ ਨਹੀਂ ਰਹਿੰਦਾ। ਸਾਹਿਬ ਕਹਿੰਦੇ ਨੇ ਛੇਵਾਂ ਲੱਛਣ ਉਸਦਾ ਇਹ ਹੈ ਕਿ ਸਾਰਿਆਂ ਦੇ ਵਾਸਤੇ ਉਸਦੇ ਕੋਲ ਬਿਰਤੀ ਜਿਹੜੀ ਹੈ ਸਮਾਨ ਹੈ ਤੇ ਉਹਦੇ ਕੋਲ ਜਿਹੜਾ ਉਪਦੇਸ਼ ਹੈ ਉਹ ਸਾਰਿਆਂ ਵਾਸਤੇ ਬਿਲਕੁਲ ਸਾਂਝਾ। ਇਹ ਛੇ ਉਹਦੇ ਲੱਛਣ ਨੇ। ਖਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨੇ। ਸਾਹਿਬ ਕਹਿੰਦੇ ਇਹ ਛੇ ਲੱਛਣ ਜੇ ਕਿਸੇ ਦੇ ਅੰਦਰ ਹੋਵਨ ਉਹ ਗੁਰਮੁਖ ਹੈ, ਉਹ ਸਾਧੂ ਹੈ, ਉਹ ਸੰਤ ਹੈ। ਤੋ ਸੰਤ ਇੱਕ ਮਾਨਸਿਕ ਅਵਸਥਾ ਦਾ ਨਾਮ ਹੈ। ਸਿੱਖੀ ਸਿੱਖਿਆ ਗੁਰੂ ਵਿਚਾਰ। ਸਿੱਖ ਇੱਕ ਗੁਰੂ ਦੀ ਵਿਚਾਰ ਦਾ ਨਾਂ ਅੰਦਰ ਵਸੀਏ ਕਿ ਨਹੀਂ, ਇੱਕ ਮਨ ਦੀ ਹਾਲਤ ਦਾ ਨਾਂ ਹੈ। ਜਿਉਂ ਗੁਰਬਾਣੀ ਅੰਦਰ ਵਸਦੀ ਉਹਦੇ ਅੰਦਰ 6 ਲੱਛਣ ਪ੍ਰਗਟ ਹੋਣਗੇ। ਪਹਿਲਾ ਤੇ ਇਹ ਕਿ ਸ਼ਬਦ ਸੁਰਤ ਦੀ ਉਹ ਸਾਧਨਾ ਕਰੇਗਾ, ਜ਼ਬਾਨ ਦੇ ਉੱਤੇ ਪ੍ਰਮਾਤਮਾ ਦਾ ਨਾਮ ਹੋਵੇਗਾ, ਉਹਦੇ 'ਚ ਧਿਆਨ ਹੋਵੇਗਾ। ਦੂਸਰਾ ਉਸਦੇ ਵਾਸਤੇ ਦੁੱਖ ਸੁੱਖ ਇੱਕ ਸਮਾਨ। ਦੁੱਖ ਵੀ ਆਏਗਾ ਤਾਂ ਵੀ ਵਾਵਾ, ਸੁੱਖ ਵੀ ਆਇਆ ਤਾਂ ਵੀ ਵਾਵਾ। ਤੇਰਾ ਕੀਆ ਮੀਠਾ ਲਾਗੇ ਨਾਮ ਪਦਾਰਥ ਨਾਨਕ ਮੰਗ। ਜੋ ਕੁਝ ਵੀ ਹੈ ਠੀਕ ਹੈ, ਪ੍ਰਸੰਨ ਹੈ, ਦੁੱਖ ਸੁੱਖ ਇੱਕ ਸਮਾਨ। ਤੀਸਰੀ ਬਿਰਤੀ ਉਸਦੀ ਇਹ ਕਿ ਉਸਦੀ ਦਇਆ ਸਾਰਿਆਂ ਵਾਸਤੇ ਹੋਵੇਗੀ। ਤੇ ਚੌਥਾ ਉਸਦਾ ਇਹ ਕਿ ਉਸਦੀ ਖੁਰਾਕ ਗੋਪਾਲ ਦਾ ਕੀਰਤਨ ਬਣ ਜਾਏਗੀ। ਤੇ ਪੰਜਵਾਂ ਉਸਦਾ ਇਹ ਲੱਛਣ ਇਹ ਕਿ ਨਿੰਦਾ ਉਹ ਕਰੇਗਾ ਨਹੀਂ, ਨਹੀਂ ਸੁਣੇਗਾ। ਤੇ ਛੇਵੀਂ ਗੱਲ ਹੈ ਉਹਦੀ ਬਿਰਤੀ ਸਮਾਨ ਹੋਵੇਗੀ, ਮਿੱਤਰ ਸੱਤਰ ਇੱਕ ਸਮਾਨ। ਉਹਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੋਵੇਗਾ। ਇਹ ਨਹੀਂ ਕਿ ਆਪਣੇ ਬੰਦਿਆਂ ਨੂੰ ਫਤਿਹ ਬੁਲਾ ਲੈਣੀ, ਦੂਜਿਆਂ ਨਾਲ ਵਿਤਕਰਾ, ਆਪਣਿਆਂ ਨਾਲ ਪਿਆਰ ਪਾਈ ਜਾਣਾ, ਦੂਜਿਆਂ ਨੂੰ ਕਹਿਣਾ ਨਹੀਂ ਇਹ ਤੇ ਓਪਰੇ ਨੇ, ਇਹ ਤੇ ਹੋਰ ਨੇ, ਇਹ ਤੇ ਸਾਡੇ ਆਪਣੇ ਬੰਦੇ ਨੇ। ਇਸ ਤਰ੍ਹਾਂ ਦੇ ਵਿਤਕਰਿਆਂ ਵਿੱਚ ਉਹ ਨਹੀਂ ਜੀਵੇਗਾ। ਖਟ ਲਖਣ ਪੂਰਨ ਪੁਰਖੇ ਨਾਨਕ ਨਾਮ ਸਾਧ ਸਵਜਨੇ। ਸਾਹਿਬ ਕਹਿੰਦੇ 6 ਲੱਛਣ ਨੇ ਪੂਰਨ ਪੁਰਖ ਦੇ, ਮੁਕੰਮਲ ਇਨਸਾਨ ਦੇ, ਸਾਧੂ ਦੇ, ਸੰਤ ਦੇ। ਔਰ ਐਸਾ ਜਿਹੜਾ ਪੁਰਸ਼ ਹੈ ਪ੍ਰਮਾਤਮਾ ਦੀ ਦਰਗਾਹ ਵਿੱਚ ਪ੍ਰਮਾਨ ਹੈ, ਕਬੂਲ ਹੈ। ਪ੍ਰਮਾਤਮਾ ਦੀਆਂ ਸਾਰੀਆਂ ਖੁਸ਼ੀਆਂ ਤੇ ਰਹਿਮਤਾਂ ਉਸ ਦੇ ਉੱਤੇ ਬਰਸ ਰਹੀਆਂ ਨੇ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਸ ਸ਼ਲੋਕ ਨੂੰ ਸਾਹਮਣੇ ਰੱਖ ਕੇ ਮੈਂ ਇਹ ਵਿਆਖਿਆ ਤੁਹਾਡੇ ਸਾਹਮਣੇ ਕੀਤੀ ਹੈ ਤਾਂ ਕਿ ਪਹਿਚਾਣ ਹੋ ਸਕੇ ਪਰਮ ਪੁਰਖ ਦੀ ਲਕਸ਼ਣਾ ਕਰਕੇ, ਲਿਬਾਸ ਕਰਕੇ ਨਹੀਂ। ਧਰਮੀ ਦਿਸ ਪੈਣਾ ਹੋਰ ਗੱਲ ਹੈ, ਧਰਮੀ ਹੋ ਜਾਣਾ ਹੋਰ ਗੱਲ ਹੈ। ਉਹ ਇੱਕ ਸਾਧਨਾ ਹੈ, ਉਹ ਇੱਕ ਤਪੱਸਿਆ ਹੈ ਜਿਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ। ਸਤਿਗੁਰੂ ਰਹਿਮਤ ਕਰਨ, ਕੀਰਤਨ ਸੁਣਦਿਆਂ ਸੁਣਦਿਆਂ, ਕਥਾ ਸੁਣਦਿਆਂ ਸੁਣਦਿਆਂ, ਬਾਣੀ ਪੜ੍ਹਦਿਆਂ ਪੜ੍ਹਦਿਆਂ, ਨਾਮ ਜਪਦਿਆਂ ਜਪਦਿਆਂ ਇਹ ਜਿਹੜੇ ਲੱਛਣ ਨੇ ਸਾਡੇ ਅੰਦਰ ਪੈਦਾ ਹੋਣ। ਅੰਤ ਸਮੇਂ ਤੋਂ ਪਹਿਲੇ, ਮੌਤ ਤੋਂ ਪਹਿਲੇ ਇਹ 6 ਲੱਛਣ ਪ੍ਰਗਟ ਹੋ ਜਾਣ ਤਾਂ ਤੇ ਅਸੀਂ ਹੋਏ ਪੂਰੇ। ਵਰਨਾ ਖਿਮਾ ਕਰਨੀ ਮਰ ਕੇ ਵੀ ਕੋਈ ਪੂਰੇ ਨਹੀਂ ਹੋਏ। ਇਵੇਂ ਲੋਕੀ ਕਹਿ ਦਿੰਦੇ ਫਲਾਣਾ ਪੂਰਾ ਹੋ ਗਿਆ, ਪੂਰਾ ਹੋ ਗਿਆ। ਕਿੱਥੇ ਪੂਰਾ ਹੋਇਆ? ਅਧੂਰਾ ਹੈ। 6 ਲੱਛਣ ਤੇ ਪ੍ਰਗਟ ਹੋਏ ਨਹੀਂ। ਤੋ ਇਹ 6 ਲੱਛਣ ਜਿਨ੍ਹਾਂ ਦੀ ਵਜ਼ਾਹਤ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਦੁਆਰਾ ਆਪ ਜੀ ਦੇ ਸਾਹਮਣੇ ਕੀਤੀ ਹੈ। ਅਰਦਾਸ ਹੈ ਸਤਿਗੁਰੂ ਦੇਵ ਜੀ ਮਹਾਰਾਜ ਬਖਸ਼ਿਸ਼ਾਂ ਵਰਤਾਉਣ। ਜ਼ਿੰਦਗੀ ਦੇ ਅੰਤ ਤੋਂ ਪਹਿਲੇ ਇਹ 6 ਲੱਛਣ ਪ੍ਰਗਟ ਹੋ ਜਾਣ ਤਾਂ ਕਿ ਅਸੀਂ ਪੂਰਨ ਹੋ ਸਕੀਏ। ਤੇ ਪ੍ਰਮਾਤਮਾ ਦੇ ਦਰ ਤੱਕ ਪੂਰਨ ਪੁਰਖ ਪਹੁੰਚਦੇ ਨੇ, ਅਧੂਰੇ ਨਹੀਂ ਪਹੁੰਚਦੇ। ਇਤਨੀ ਮੈਂ ਅਰਜ਼ ਕਰਦੇ, ਉੱਥੇ ਤੱਕ ਪਹੁੰਚਣਗੇ ਪੂਰਨ ਪੁਰਖ, ਉੱਥੇ ਤੱਕ ਜਾਣਗੇ ਪੂਰਨ ਮਨੁੱਖ, ਅਧੂਰੇ ਨਹੀਂ। ਸਿਰਫ ਮਰ ਜਾਣ ਨਾਲ ਕੋਈ ਬੰਦਾ ਪੂਰਾ ਨਹੀਂ ਹੁੰਦਾ, ਇਹਨਾਂ ਗੁਣਾਂ ਕਰਕੇ ਪੂਰਾ ਹੁੰਦਾ ਹੈ, 6 ਲੱਛਣਾਂ ਕਰਕੇ ਪੂਰਾ ਹੁੰਦਾ ਹੈ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਆਰਥਿਕ ਤੌਰ ਤੇ ਸਾਰਿਆਂ ਦਾ ਧੰਨਵਾਦ। ਗੱਜ ਵੱਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।